किसान अंदोलन कारण एक बहुत वड्डा विरोध भाजपा चल रही है। हालांकि गठजोड़ ਦੇ ਵਿੱਚ ਆ ਕੇ ਥੋੜਾ ਜਿਹਾ ਰਾਹਤ ਮਿਲਦੀ ਨਜ਼ਰ ਵੀ ਆ ਰਹੀ ਹੈ। ਉਸ ਵਿਰੋਧ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਹਲਕੇ ਦੇ ਵਿੱਚ? ਜਦੋਂ ਦੀ ਸਰਕਾਰਾਂ ਦੀ ਕਮਾਂਡ ਭੁੱਜੀਆਂ ਪਵਾਈਆਂ ਉਦੋਂ ਦੇ ਭਾਈਚਾਰਕ ਸਾਂਝ ਵੀ ਵਿਗੜੀ ਹੈ, ਸਾਡੀ ਨਫ਼ਰਤ ਵਧੀ ਹੈ ਔਰ ਸੁਰੱਖਿਆ ਜਿਹੜੀ ਹੈ ਸੁਰੱਖਿਆ ਪਿੱਛੋਂ ਪੱਖੋਂ ਇੱਥੇ ਤਾਂ ਪ੍ਰਧਾਨ ਮੰਤਰੀ ਦਾ ਹੀ ਗੱਡੀ ਰੋਕ ਲੈਂਦੇ ਆ ਤੇ ਬਾਕੀ ਆਮ ਜਨਤਾ ਦੀ ਕਿਆ ਤੁਸੀਂ ਸੁਰੱਖਿਆ ਦੇ ਸਕੋਗੇ? ਜਦੋਂ ਬਾਈਪੋਲ ਹੁੰਦੀ ਹੈ ਉਦੋਂ ਭਾਜਪਾ ਦੂਸਰੇ ਨੰਬਰ ਤੇ ਆ ਜਾਂਦੀ, ਕਾਂਗਰਸ ਪਹਿਲੇ ਨੰਬਰ ਤੇ ਚਲੀ ਜਾਂਦੀ ਹੈ ਤੇ ਜਿਹੜੇ ਵੋਟ ਫਰਕ ਵੀ ਦੇਖੇ ਤਾਂ 50% ਦੇ ਕਰੀਬ ਹੈਗਾ। ਉਹ ਫਰਕ ਤੁਸੀਂ ਕਿਵੇਂ ਪੂਰਾ ਕਰੋਗੇ? ਅਕਾਲੀ ਦਲ ਨੂੰ ਲੋਕ ਅੱਜ ਦੀ ਡੇਟ 'ਚ ਪੰਥਕ ਪਾਰਟੀ ਨਹੀਂ ਮੰਨਦੇ। ਪਹਿਲਾਂ ਉਹ ਪੰਥਕ ਪਾਰਟੀ ਸੀ, ਅੱਜ ਉਹਨੂੰ ਸਾਰੇ ਪੰਥ ਵਿਰੋਧੀ ਮੰਨਦੇ ਨੇ। ਸਾਰੇ ਜਿਹੜੇ ਤੁਹਾਡੇ ਉਮੀਦਵਾਰ ਨੇ ਦੂਸਰੀਆਂ ਪਾਰਟੀਆਂ ਚੋਂ ਨਾਰਾਜ਼ ਹੋ ਕੇ ਜਾਂ ਉੱਥੋਂ ਉਹਨਾਂ ਨੂੰ ਜਦੋਂ ਟਿਕਟ ਨਹੀਂ ਮਿਲੀ ਬਾਹਰ ਆ ਕੇ ਤੁਹਾਡੇ ਕੋਲੇ ਆ ਗਏ ਨੇ। ਰਵਨੀਤ ਬਿੱਟੂ ਦੇ ਬਿਆਨ ਦੀ ਗੱਲ ਕਰੀਏ, ਉਹ ਕਹਿੰਦੇ ਵੀ ਜਿਹੜੇ ਭਾਜਪਾ ਦੇ ਵਿੱਚ ਜਿਹੜੇ ਸਾਰੇ ਕੈਂਡੀਡੇਟ ਨੇ ਸਾਡੀ ਪਾਰਟੀਆਂ 'ਚ ਗਏ ਨੇ ਉਹ ਫਿਰ ਵਾਪਸ ਬੁਲਾ ਇਹ ਸਬਕ ਸੀ ਕਿ ਕਿਸਾਨ ਮੋਰਚੇ ਵਾਲੇ ਕਹਿੰਦੇ ਸੀ, ਕਿਸਾਨ ਲੋਕਾਂ 'ਚ ਭਰਮ ਪੈਦਾ ਕਰਦੇ ਸੀ ਰਾਜਨੀਤਿਕ ਦਲ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਹੈ। ਤੇ ਤੁਸੀਂ ਦੇਖਿਆ ਕਿ ਜਿੰਨੇ ਆਏ ਨੇ ਉਹ ਟਿਕਟਾਂ ਵੰਡਣ ਤੋਂ ਪਹਿਲਾਂ ਹੀ ਆ ਗਏ। ਟਿਕਟਾਂ ਦਾ ਰੌਲਾ ਵੀ ਨਹੀਂ ਸੀ ਪਿਆ ਜਦੋਂ ਆ ਗਏ, ਔਰ ਉਹ ਸਾਰੇ ਉਹ ਆਏ ਜਿਹੜੇ ਕਿਸਾਨਾਂ ਦੇ ਨਾਲ ਰਿਲੇਟਡ ਨੇ। ਜਿਹੜੀਆਂ ਦੂਸਰੀ ਪਾਰਟੀਆਂ ਛੜਯੰਤਰ ਕਰਨ ਦੇ ਬਾਵਜੂਦ ਵੀ ਇੱਕ ਮੌਕਾ ਇਸ ਜਿਹੜੇ ਪ੍ਰਚਾਰ ਕਰਨ ਦੇ ਬਾਵਜੂਦ ਵੀ ਕਿ ਭਾਰਤੀ ਜਨਤਾ ਪਾਰਟੀ ਦੇ ਅਸੀਂ ਜ਼ਮਾਨਤਾਂ ਜ਼ਬਤ ਕਰਾਵਾਂਗੇ, ਅੱਜ ਇੰਨਾ ਉਤਸ਼ਾਹ ਹੈ ਕਿ ਸਾਰੀਆਂ ਪਾਰਟੀਆਂ ਨੂੰ ਆਪੋ ਆਪਣੇ ਬੰਦੇ ਸੰਭਾਲਣੇ ਪਏ। ਬੰਦੀ ਸਿੰਘਾਂ ਨੂੰ ਇਹਨਾਂ ਨੂੰ ਸਜ਼ਾ ਕਿਸ ਵੇਲੇ? ਜਦੋਂ ਕਾਂਗਰਸ ਦੀ ਸਰਕਾਰ ਸੀ। ਬਲੈਕ ਲਿਸਟਡ ਜਿਹੜੇ ਸਿੰਘ ਹੋਏ ਸੀ ਕਦੋਂ ਹੋਏ ਸੀ? ਜਦੋਂ ਕਾਂਗਰਸ ਦੀ ਸਰਕਾਰ ਸੀ। 84 ਦੇ ਦੰਗਿਆਂ 'ਚ ਜਿਹੜੇ ਆ ਟਾਇਰ ਪਾ ਪਾ ਕੇ ਜਿਹੜੇ ਸਾੜੇ ਗਏ ਸੀ ਕਦੋਂ ਹੋਏ ਸੀ? ਜਦੋਂ ਭਾਰਤ ਦੀ ਕਾਂਗਰਸ ਦੀ ਸਰਕਾਰ ਸੀ। ਜੇ ਦਿੱਲੀ 'ਚ ਇੱਕ ਆਦਮੀ ਤਾਂ ਹਾਲੇ ਤੱਕ ਰਿਹਾਈ ਨਹੀਂ ਹੋਈ, ਉਹਦਾ ਕਾਰਨ ਕੇਜਰੀਵਾਲ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇ ਕਰਨਾਟਕਾ 'ਚ ਹੋਈ ਤੇ ਉੱਥੇ ਭਾਜਪਾ ਦੀ ਸਰਕਾਰ ਨੇ, ਤੁਸੀਂ ਵੀ ਜਾਣਦੇ ਹੋ। ਰਾਮ ਰਹੀਮ ਦਾ ਫਰਲੋ ਤੇ ਵਾਪਸ 21 ਦਿਨਾਂ ਦੀ ਫਰਲੋ ਚਾਹੇ ਕਾਨੂੰਨ ਦੇ ਦਾਇਰੇ 'ਚ ਹੋ ਕੇ ਹੋਈ ਹੈ, ਪਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਅੱਜ ਉਹਨਾਂ ਦੀ ਪੈਰੋਲ ਹੋ ਗਈ ਹੈ। ਇਹਨੂੰ ਉਦੋਂ ਪਹਿਲਾਂ ਆਪਣੇ ਵੱਡੇ ਆਗੂ ਡੇਰੇ ਦੇ ਉਹਦੀ ਸਭਾ ਦੇਖੇ ਜਾਂਦੇ ਨੇ। ਕੀ ਇਸ ਨੂੰ ਭਾਜਪਾ ਤੇ ਦੋਸ਼ ਲੱਗ ਰਹੇ ਨੇ ਕਿ ਭਾਜਪਾ ਦੇ ਆਪਦੇ ਪ੍ਰਭਾਵ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਤੇ 21 ਦਿਨਾਂ ਦੇ ਵਿੱਚ ਕੁਛ ਨਾ ਕੁਛ ਇਸ ਫਰਲੋ ਦਾ ਚੋਣਾਂ ਤੇ ਪ੍ਰਭਾਵ ਪਏਗਾ? ਕਿ ਤੁਸੀਂ ਵੀ ਦੂਸਰਿਆਂ ਵਾਂਗ ਇਹ ਇਲਜ਼ਾਮ ਲਾਉਂਦੇ ਆ ਕਿ ਭਾਜਪਾ ਸਾਰਾ ਕੰਮ ਕਰਦੀ ਹੈ? ਗੱਲ ਅਸੀਂ ਤਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਬਰੇਟ। ਪੰਜਾਬ ਦੀਆਂ ਚੋਣਾਂ ਸਿਰ 'ਤੇ ਹਨ। ਅਸੀਂ ਇਸ ਟਾਈਮ ਫਗਵਾੜਾ ਹਲਕੇ ਦੇ ਰਿਹਾਣਾ ਜੱਟਾਂ ਪਿੰਡਾਂ ਵਿੱਚ ਹਾਂ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਅਤੇ ਹੁਣ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਲੜ ਰਹੇ ਚੋਣ ਸ਼੍ਰੀ ਵਿਜੇ ਸਾਂਪਲਾ ਜੀ ਸਾਡੇ ਨਾਲ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਇਸ ਟਾਈਮ ਪਾਰਟੀ ਦਾ ਇਸ ਹਲਕੇ ਦੇ ਵਿੱਚ ਕੀ ਸਟੇਟਸ ਹੈ, ਉਹ ਕਿੰਨਾ ਮੰਗਾਂ ਨਾਲ ਕਿੰਨਾ ਉਮੀਦਾਂ ਨਾਲ ਇੱਥੇ ਆਏ ਨੇ। ਉਹ ਲੋਕ ਉਹਨਾਂ ਨੂੰ ਵੋਟ ਕਿਉਂ ਪਾਉਣ, ਉਹਨਾਂ ਤੋਂ ਜਾਣਦੇ ਹਾਂ। ਸਾਂਪਲਾ ਸਾਹਿਬ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਲਿਬਰੇਟ ਜੀ। ਸਾਂਪਲਾ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਮੰਨਿਆ ਜਾਂਦਾ ਕਿ ਕੁਐਸਚਨ ਤਾਂ ਥੋੜ੍ਹਾ ਟੇਢਾ ਜਿਹਾ ਹੈ ਕਿ ਤੁਹਾਨੂੰ ਬਾਹਰੀ ਕੈਂਡੀਡੇਟ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ ਲੋਕ ਇੱਥੋਂ ਦੇ ਵੋਟ ਕਿਉਂ ਪਾਉਣ? ਇਸ ਤਰ੍ਹਾਂ ਲਿਬਰੇਟ ਜੀ ਕਿ ਮੈਂ ਬਾਹਰੀ ਕੈਂਡੀਡੇਟ ਕਿਸ ਤਰੀਕੇ ਨਾਲ ਗਿਣਦੇ ਹੋ। ਮੈਂ ਇਸੇ ਹਲਕੇ ਦਾ MP ਰਿਹਾ 5 ਸਾਲ ਔਰ ਇਸੇ ਹਲਕੇ ਤੋਂ ਮੈਂ ਕੇਂਦਰੀ ਮੰਤਰੀ ਰਿਹਾ। ਇਹ ਹੁਸ਼ਿਆਰਪੁਰ ਕੌਂਸਟੀਚੁਐਂਸੀ ਦਾ ਹੀ ਹਿੱਸਾ ਰਿਹਾ ਔਰ ਇਸ ਕਰਕੇ ਮੈਂ ਇੱਥੋਂ ਕੰਮ ਕੀਤਾ ਹੈ। ਜੇ ਤੁਸੀਂ ਫਗਵਾੜਾ ਦੇ ਵਿੱਚ ਮੇਨ ਪੁਲ ਦੇਖਿਆ ਹੋਵੇਗਾ ਬਣਿਆ ਐਲੀਵੇਟਡ ਰੋਡ, ਜਿਹੜੀ ਕਿ ਫਗਵਾੜਾ ਦੇ ਲੋਕਾਂ ਦੀ ਬਹੁਤ ਵੱਡੀ ਡਿਮਾਂਡ ਸੀ, ਉਹ ਅਗਰ ਕਿਸੇ ਨੇ ਪੂਰੀ ਕੀਤੀ ਸੀ ਤਾਂ ਮੈਂ ਕੀਤੀ ਸੀ, ਕਿਉਂਕਿ ਉਹ ਜਿਹੜਾ ਅਪਰੂਵ ਹੋਇਆ ਸੀ ਉਹ ਸੋਲਿਡ ਪੁਲ ਹੋਇਆ ਸੀ, ਮੱਡ ਵਾਲਾ, ਮਿੱਟੀ ਦਾ ਵਾਲਾ। ਉਹ ਅਗਰ ਬਣ ਜਾਂਦਾ ਤਾਂ ਫਗਵਾੜੇ ਸ਼ਹਿਰ ਦੇ ਲੋਕਾਂ ਦੀ ਚਿੰਤਾ ਸੀ ਕਿ ਫਗਵਾੜਾ 2 ਹਿੱਸੇ 'ਚ ਵੰਡ ਹੋ ਜਾਏਗਾ ਔਰ ਇੱਥੇ ਐਲੀਵੇਟਡ ਰੋਡ ਬਣਨਾ ਚਾਹੀਦਾ। ਜਦ ਕਿ ਕੰਮ ਸ਼ੁਰੂ ਹੋ ਚੁੱਕਾ ਸੀ, ਟੈਂਡਰ ਹੋਣ ਤੋਂ ਬਾਅਦ ਜਿਹੜਾ ਕੰਮ ਵੀ ਸ਼ੁਰੂ ਹੋ ਚੁੱਕਾ ਸੀ, ਪਰ ਮੈਂ ਉਹ ਟੈਂਡਰ ਪੁਰਾਣਾ ਰੱਦ ਕਰਾ ਕੇ
ਲੋਕਾਂ ਦੀਆਂ ਆਸ਼ਾਵਾਂ ਉਮੀਦਾਂ ਤੇ ਜਿਹੜੀਆਂ ਅਨੁਸਾਰ ਉਹ ਪੁਲ ਬਣਵਾਇਆ। ਅੱਜ ਲੋਕ ਉਸ ਨੂੰ ਯਾਦ ਕਰਦੇ ਆ। ਜੇ ਮੈਂ ਕੇਂਦਰੀ ਮੰਤਰੀ ਸੀ ਤੇ ਜਦੋਂ ਪਾਸਪੋਰਟ ਆਫਿਸ ਮੈਂ ਫਗਵਾੜਾ ਦੇ ਵਿੱਚ ਬਣਾਇਆ, ਕਿਉਂਕਿ ਫਗਵਾੜਾ ਦੇ ਲੋਕਾਂ ਨੂੰ ਜਲੰਧਰ ਜਾਣਾ ਪੈਂਦਾ ਸੀ, ਤੇ ਇੱਥੇ ਹੁਣ ਜਿਹੜਾ ਪਹਿਲਾਂ ਉਹ ਘੰਟਿਆਂ ਬੱਧੀ ਜਾਂ ਦਿਹਾੜੀ ਪੂਰੀ ਖਰਾਬ ਕਰਦੇ ਸੀ, ਹੁਣ ਉਹ 10-15 ਮਿੰਟ 'ਚ ਫ੍ਰੀ ਹੋ ਕੇ ਆਪਣੇ ਘਰ ਵੀ ਕੰਮ ਵੀ ਕਰਦੇ ਨੇ। ਇੱਕ ਬਹੁਤ ਵੱਡੀ ਸੁਵਿਧਾ ਦਿੱਤੀ ਹੈ। ਜਿੱਥੇ ਇੱਥੇ ਦੀ ਇੰਡਸਟਰੀ ਜਿਹੜੀ ਸੀ, ਇੰਡਸਟਰੀ ਵਾਲਿਆਂ ਦੇ ਲਈ ਜਿਹੜੀ ਸੀ ਪਾਰਸਲ ਕਰਾਉਣ ਦੇ ਲਈ ਰੇਲਵੇ ਦਾ ਜਾਂ ਤਾਂ ਉਹ ਜਲੰਧਰ ਜਾਂਦੇ ਸੀ ਜਾਂ ਉਹ ਲੁਧਿਆਣਾ ਜਾਂਦੇ ਸੀ। ਮੈਂ ਜਦੋਂ MP ਬਣਿਆ ਤਾਂ ਇੱਥੋਂ ਮੈਂ ਜਿਹੜਾ ਫਗਵਾੜੇ ਵਾਲਿਆਂ ਦੇ ਲੋਕਾਂ ਦੀ ਆਸ਼ਾ ਦੇ ਉਮੀਦਾਂ ਦੇ ਅਨੁਸਾਰ ਇੱਥੇ ਪਾਰਸਲ ਆਫਿਸ ਵੀ ਬਣਾਇਆ, ਉਹ ਜਿਹੜਾ ਕਿ ਹੁਣ ਬਾਖੂਬੀ ਚੱਲ ਰਿਹਾ, ਜਦਕਿ ਪਹਿਲਾਂ ਇਹ ਸੁਵਿਧਾ ਫਗਵਾੜਾ ਕੋਲ ਨਹੀਂ ਸੀ। ਔਰ ਇੱਥੇ ਦੀ ਫਗਵਾੜੇ ਦੀ ਜਿਹੜੀ ਇੰਡਸਟਰੀ ਹੈ, ਇੰਜਣ ਬਣਾਉਂਦੀ ਹੈ, ਇੰਜਣ ਬਣਾਉਣ ਦੇ ਲਈ ਉਹਨਾਂ ਦੀ ਇੰਡਸਟਰੀ ਨੂੰ ਹੋਰ ਇੰਪਰੂਵ ਕਰਨ ਦੇ ਲਈ, ਉਹਦੇ 'ਚ ਕੁਆਲਿਟੀ 'ਚ ਸੁਧਾਰ ਕਰਨ ਲਈ, ਔਰ ਇੱਥੇ ਦੀ ਜਿਹੜਾ ਇੰਜਣ ਆ ਇੰਟਰਨੈਸ਼ਨਲ ਸਟੈਂਡਰਡ ਦਾ ਬਣੇ, ਇਸ ਕਰਕੇ ਇੱਥੇ ਕਲਸਟਰ ਬਣਾਇਆ। ਔਰ ਕਲਸਟਰ ਦੇ ਵਿੱਚ ਜਿਹੜੀਆਂ ਮਸ਼ੀਨਰੀ ਇਕਵਿਪਮੈਂਟ ਜਿਹੜੇ ਸੀ ਸਾਰੇ ਉਹ ਲਗਾਏ, ਜਿਹੜੇ ਕਿ ਆਮ ਆਦਮੀ ਛੋਟਾ ਇੰਡਸਟਰੀਲਿਸਟ ਨਹੀਂ ਜਿਹੜੀ ਅਫੋਰਡ ਕਰ ਸਕਦਾ ਸੀ। ਔਰ ਉਹ ਸਰਕਾਰੀ ਤੌਰ 'ਤੇ ਉੱਥੇ ਕਲਸਟਰ ਬਣਾ ਕੇ ਉਹਨਾਂ ਨੂੰ ਬਹੁਤ ਵੱਡੀ ਸੁਵਿਧਾ ਦਿੱਤੀ ਗਈ ਹੈ। ਔਰ ਇਸੇ ਤਰ੍ਹਾਂ ਹੀ ਇੱਥੇ ਜਦੋਂ ਮੈਂ ਪਾਸਪੋਰਟ ਆਫਿਸ ਗਿਆ, ਔਰ ਬਹੁਤ ਸਾਰੀਆਂ ਟ੍ਰੇਨਾਂ ਜਿਹੜੀਆਂ ਸੀ ਇੱਥੇ ਨਹੀਂ ਸੀ ਰੁਕਦੀਆਂ, ਕਿਉਂਕਿ ਲੋਕ ਵਰਿੰਦਾਵਨ ਜਾਂਦੇ ਸੀ ਜਾਂ ਹੋਰ ਜਾਂਦੇ ਸੀ ਧਾਰਮਿਕ ਸਥਾਨਾਂ ਲਈ, ਤੇ ਉਹਨਾਂ ਦੀ ਲਈ ਟ੍ਰੇਨਾਂ ਦਾ ਸਟਾਪੇਜ ਵੀ ਕੀਤਾ ਹੈ। ਸੋ ਮੈਂ ਫਗਵਾੜਾ ਦੇ ਲਈ ਕੰਮ ਗਣਾਉਣੇ ਲੱਗਾ ਤਾਂ ਮੈਂ ਬਹੁਤ ਫਿਰ ਤੁਹਾਡਾ ਟਾਈਮ ਉਹਦੇ 'ਚ ਹੀ ਖਤਮ ਹੋ ਜਾਏਗਾ। ਚਲੋ ਠੀਕ ਹੈ, ਕਹਿਣ ਦਾ ਮਤਲਬ ਇਹ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਇਹ ਵਿਧਾਨ ਸਭਾ ਹਲਕਾ ਵੀ ਆਉਂਦਾ ਸੀ, ਇਸ ਕਰਕੇ ਹੁਸ਼ਿਆਰਪੁਰ ਮਾਫ ਕਰਨਾ, ਹੁਸ਼ਿਆਰਪੁਰ ਹਲਕੇ ਦੇ ਵਿੱਚ ਇਹ ਹਲਕਾ ਵੀ ਆਉਂਦਾ ਸੀਗਾ, ਤੇ ਉਹਦੇ ਵਿੱਚ ਉਸ ਕਾਰਜਕਾਲ ਦੇ ਦੌਰਾਨ ਤੁਸੀਂ ਇਸ ਹਲਕੇ ਲਈ ਬਹੁਤ ਕੰਮ ਕੀਤੇ ਨੇ। ਹੁਣ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਕਾਰਨ ਇੱਕ ਬਹੁਤ ਵੱਡਾ ਵਿਰੋਧ ਭਾਜਪਾ ਚੱਲ ਰਹੀ ਹੈ, ਹਾਲਾਂਕਿ ਗੱਠਜੋੜ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਰਾਹਤ ਮਿਲਦੀ ਨਜ਼ਰ ਵੀ ਆ ਰਹੀ ਹੈ। ਉਸ ਵਿਰੋਧ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਹਲਕੇ ਦੇ ਵਿੱਚ? ਤੁਸੀਂ ਹੁਣ ਦੇਖਿਆ, ਮੈਂ ਪਿੰਡਾਂ 'ਚ ਘੁੰਮ ਰਿਹਾ ਜੀ, ਤੁਹਾਡੇ ਸਾਹਮਣੇ ਪੂਰਾ ਡੋਰ ਟੂ ਡੋਰ ਹੈ। ਲੋਕਾਂ ਨੇ ਸਵਾਗਤ ਕੀਤਾ, ਕਿਸੇ ਨੇ ਵਿਰੋਧ ਨਹੀਂ ਕੀਤਾ। ਪਾਰਟੀਆਂ ਨੇ ਕਿਸੇ ਦਾ ਵੋਟ ਪਾਉਣਾ ਨਾ ਵੋਟ ਪਾਉਣਾ ਉਹ ਅਲੱਗ ਤਰੀਕੇ ਦਾ ਅਧਿਕਾਰ ਹੁੰਦਾ, ਪਰ ਵਿਰੋਧ ਇਸ ਵੇਲੇ ਕਿਤੇ ਨਹੀਂ ਜਿਸ ਤਰ੍ਹਾਂ ਦੀ ਤੁਹਾਨੂੰ ਸ਼ੰਕਾ ਆ। ਸੋ ਅਸੀਂ ਬੜੇ ਜਿਹੜੇ ਆਰਾਮ ਨਾਲ ਸਾਰੀ ਕੰਪੇਨਿੰਗ ਚੱਲ ਰਹੀ ਹੈ। ਸੋ ਇਹ ਜਿਹੜਾ ਵਿਰੋਧ ਦਾ ਕੁਐਸਚਨ ਜ਼ਿਆਦਾ ਪੁੱਟ ਅਪ ਕਰਨ ਤੋਂ ਬਾਅਦ ਇਹ ਲੋਕਾਂ ਨੂੰ ਕਿਤੇ ਜ਼ਿਆਦਾ ਸ਼ੰਕਾਵਾਂ ਪੈਦਾ ਕਰਦਾ, ਪਰ ਹਕੀਕਤ ਦੇ ਵਿੱਚ ਅਸੀਂ ਬੜੇ ਆਰਾਮ ਨਾਲ ਜਿਹੜੀ ਕਨਵਿੰਸਿੰਗ ਕਰ ਰਹੇ ਹਾਂ। ਇੱਕਾ ਦੁੱਕਾ ਜਿਹੜੇ ਲੋਕ ਝੂਠ ਦਾ ਪ੍ਰਚਾਰ ਕਰਨ ਵਾਲੇ ਉਹ ਐਸਾ ਜ਼ਰੂਰ ਕਰਦੇ ਆ, ਜਾਂ ਆਪਣੀਆਂ ਰਾਜਨੀਤਿਕ ਰੋਟੀਆਂ ਸਿੱਕਣ ਵਾਲੇ ਐਸਾ ਕਰਕੇ ਖਬਰ ਬਣਾਉਣ ਦੇ ਮੂਡ 'ਚ ਰਹਿੰਦੇ ਨੇ। ਹਕੀਕਤ ਤਾਂ ਜਿਨ੍ਹਾਂ ਲੋਕਾਂ ਨੇ ਐਸਾ ਕੁਛ ਕੀਤਾ, ਮੈਂ ਤਾਂ ਉਹਨਾਂ ਦੇ ਪਿੰਡਾਂ 'ਚ ਵੀ ਜਾਇਆ, ਉਹਨਾਂ ਨੇਤਾਵਾਂ ਦੇ ਪਿੰਡਾਂ 'ਚ ਵੀ ਜਾਇਆ, ਪਰ ਮੇਰਾ ਕਿਸੇ ਨੇ ਵਿਰੋਧ ਨਹੀਂ ਕੀਤਾ। ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਭਾਜਪਾ ਦਾ ਹੁਣ ਵਿਰੋਧ ਨਹੀਂ ਹੈ, ਕਿਉਂਕਿ ਤਿੰਨ ਜਿਹੜੇ ਕਾਨੂੰਨਾਂ ਨੂੰ ਲੈ ਕੇ ਸੀ ਉਹ ਭਾਜਪਾ ਨੇ ਵਾਪਸ ਲੈ ਲਏ ਨੇ। ਪਰ ਇੱਕ ਗੱਲ ਹੋਰ ਵੀ ਹੈ ਸਰ ਕਿ ਜਦੋਂ ਆਪਣਾ ਇਦੋਂ ਪਹਿਲਾਂ ਵਿਧਾਨ ਸਭਾ ਹਲਕੇ ਦੇ ਵਿੱਚ ਸੀਗੇ ਆਪਣੇ ਸੋਮ ਪ੍ਰਕਾਸ਼ ਜੀ MP ਦੀ ਸੀਟ 'ਤੇ ਚਲੇ ਜਾਂਦੇ ਨੇ, ਉਹ ਰਾਜ ਮੰਤਰੀ ਬਣ ਗਏ ਨੇ। ਉਦੋਂ ਬਾਅਦ ਜਦੋਂ ਬਾਈਪੋਲ ਹੁੰਦੀ ਹੈ ਉਦੋਂ ਭਾਜਪਾ ਦੂਸਰੇ ਨੰਬਰ 'ਤੇ ਆ ਜਾਂਦੀ ਹੈ, ਕਾਂਗਰਸ ਪਹਿਲੇ ਨੰਬਰ 'ਤੇ ਚਲੀ ਜਾਂਦੀ ਹੈ, ਅਤੇ ਜਿਹੜੇ ਵੋਟ ਫਰਕ ਵੀ ਦੇਖੀਏ ਤਾਂ 50% ਦੇ ਕਰੀਬ ਹੈਗਾ। ਉਹ ਫਰਕ ਤੁਸੀਂ ਕਿਵੇਂ ਪੂਰਾ ਕਰੋਗੇ? ਹੁਣ ਦੇਖੋ, ਜਦੋਂ ਬਾਈ ਇਲੈਕਸ਼ਨ ਹੁੰਦਾ ਉੱਥੇ ਮਸ਼ੀਨਰੀ ਦਾ ਬੜਾ ਦੁਰਉਪਯੋਗ ਕੀਤਾ ਗਿਆ ਜੀ, ਅਸੀਂ ਸਾਰੇ ਜਾਣਦੇ ਹਾਂ। ਜਾਣੀ ਈਵਨ ਦੈਨ ਪੰਚਾਇਤ ਅਫਸਰ ਦਾ ਛੋਟੇ ਜਿਹੇ ਪੰਚਾਇਤ ਸੈਕਟਰੀ ਤੱਕ ਦੇ ਵੀ ਲੋਕਾਂ ਨੂੰ ਹਦਾਇਤਾਂ ਹੁੰਦੀਆਂ, ਨਹੀਂ ਤਾਂ ਤੁਹਾਨੂੰ ਜਿਹੜਾ ਸਖਤੀ ਨਾਲ ਨਜਿੱਠਿਆ ਜਾਏਗਾ। ਔਰ ਭਾਵ ਹਰੇਕ ਪੱਖੋਂ ਉਹਨਾਂ ਦੇ ਉੱਤੇ ਦਬਾਅ ਹੁੰਦਾ, ਵਪਾਰੀਆਂ ਤੇ ਹੋਰ ਅਫਸਰਾਂ ਦਾ ਬੜਾ ਦਬਾਅ ਹੁੰਦਾ। ਉਸ ਦਬਾਅ ਦੇ ਤਹਿਤ ਹੀ ਬਹੁਤ ਸਾਰੇ ਲੋਕ ਵੋਟ ਦਾ ਜਿਹੜਾ ਸਰਕਾਰੀ ਮਸ਼ੀਨਰੀ ਦੇ ਦੁਰਉਪਯੋਗ ਥੱਲੇ ਦਬ ਜਾਂਦੇ ਆ। ਪਰ ਜਦੋਂ ਜਨਰਲ ਇਲੈਕਸ਼ਨ ਹੁੰਦੇ ਫਿਰ ਉਸ ਤਰ੍ਹਾਂ ਦਾ ਦਬਾਅ ਨਹੀਂ ਹੁੰਦਾ, ਕਿਉਂਕਿ ਸਰਕਾਰ ਦਾ ਪ੍ਰੈਸ਼ਰ ਨਹੀਂ ਹੁੰਦਾ। ਸੋ ਇਸ ਕਰਕੇ ਜਿਹੜੀ ਉਸ ਵੇਲੇ ਦੇ ਹਾਲਾਤ ਤੇ ਹੁਣ ਦੇ ਹਾਲਾਤ 'ਚ ਬੜਾ ਅੰਤਰ ਹੈ। ਆਪਣੇ ਆਪਾਂ ਗੱਲ ਕਰੀਏ, ਗੱਲ ਚੱਲੀ ਕਿ SC ਭਾਈਚਾਰੇ ਨੂੰ ਦਾ ਉਥਾਨ ਕਰਨ ਵਾਸਤੇ ਮੁੱਖ ਮੰਤਰੀ ਤੱਕ ਗੱਲ ਚੱਲੀ, ਅਤੇ ਫਿਰ ਹੁਣ ਡਿਪਟੀ ਸੀਐਮ ਤੱਕ ਗੱਲ ਚੱਲੀ। ਤੁਸੀਂ ਵੀ SC ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਹੋ ਹੁਣ ਤਾਂ ਕੌਮੀ ਪੱਧਰ ਦੇ, ਅਤੇ ਤੁਸੀਂ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹੋ। ਕੀ ਤੁਸੀਂ ਇਸ ਗੱਲ 'ਤੇ ਕਿੰਨੇ ਕੁ ਸਹਿਮਤ ਹੋ ਕਿ ਭਾਜਪਾ ਵੀ ਡਿਪਟੀ ਸੀਐਮ ਦੇ ਤੌਰ 'ਤੇ SC ਭਾਈਚਾਰੇ ਤੋਂ ਲਵੇ ਜੇ ਸੱਤਾ 'ਚ ਆਉਂਦੀ ਹੈ ਤਾਂ?
ਦੇਖੋ ਐਸਾ ਇਹਨਾਂ ਚੀਜ਼ਾਂ ਦੇ ਉੱਤੇ ਮੇਰਾ ਖਿਆਲ ਸੀਐਮ ਡਿਪਟੀ ਸੀਐਮ ਇਹਨਾਂ ਚੀਜ਼ਾਂ ਦੀ ਅਹਿਮੀਅਤ ਨਹੀਂ ਹੁੰਦੀ। ਭਾਜਪਾ ਦੀ ਸਰਕਾਰ ਬਣਾਉਣਾ ਭਾਜਪਾ ਇਸ ਵੇਲੇ ਪੰਜਾਬ 'ਚ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਇਹ ਰਾਜਨੀਤਿਕ ਦਲਾਂ ਦੇ ਨਾਲ ਕਰਨ ਦੇ ਨਾਲ ਬਹੁਤ ਸਾਰਾ ਪਾੜਾ ਵੱਧ ਗਿਆ ਹੈ। ਇਸ ਵੇਲੇ ਜਿੱਥੇ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਭਾਈਚਾਰਾ ਮਜ਼ਬੂਤ ਹੈ, ਉੱਥੇ ਵਿਕਾਸ ਹੋ ਰਿਹਾ, ਉੱਥੇ ਜਿਹੜੀਆਂ ਜਿਹੜੇ ਕਿਤੇ ਵੀ ਮਹਿਲਾਵਾਂ ਜਿਹੜੀਆਂ ਰਾਤ ਦਿਨ ਸੜਕ ਦੇ ਉੱਤੇ ਗੁਜ਼ਰਦੀਆਂ ਤੇ ਕਿਸੇ ਦਾ ਹਿੰਮਤ ਨਹੀਂ ਹੁੰਦੀ ਉਹਨਾਂ ਵੱਲ ਅੱਖ ਚੱਕ ਕੇ ਵੀ ਦੇਖ ਲੈਣ। ਪਰ ਜਦੋਂ ਦੀ ਸਰਕਾਰਾਂ ਦੀ ਕਮਾਂਡ ਦੂਜਿਆਂ ਕੋ ਆਈਆਂ ਉਦੋਂ ਦੇ ਭਾਈਚਾਰਕ ਸਾਂਝ ਵੀ ਵਿਗੜੀ ਹੈ, ਸਾਡੀ ਨਫ਼ਰਤ ਵਧੀ ਹੈ ਔਰ ਸੁਰੱਖਿਆ ਜਿਹੜੀ ਹੈ ਸੁਰੱਖਿਆ ਪੱਖੋਂ ਤੇ ਇੱਥੇ ਤਾਂ ਪ੍ਰਧਾਨ ਮੰਤਰੀ ਦਾ ਹੀ ਗੱਡੀ ਰੋਕ ਲੈਂਦੇ ਆ ਤੇ ਬਾਕੀ ਆਮ ਜਨਤਾ ਦੀ ਕਿਆ ਤੁਸੀਂ ਉਹਦੀ ਸੁਰੱਖਿਆ ਦੇ ਸਕੋਗੇ। ਔਰ ਇਸ ਕਰਕੇ ਮੈਂ ਕਹਿ ਸਕਦਾ ਕਿ ਪੰਜਾਬ ਦੀ ਕਮਾਂਡ ਜਿਨ੍ਹਾਂ ਕੋਲ ਰੱਖੀ ਆ ਉਹ ਇਸ ਕਾਬਲ ਨਹੀਂ ਸੀਗੇ ਕਿ ਉਹ ਇਸ ਨੂੰ ਸੰਭਾਲ ਸਕਣ। ਅੱਜ ਲੋੜ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੀ, ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਜਿੱਥੇ ਜਿੱਥੇ ਸਰਕਾਰ ਆ ਉਹਦੇ 'ਚ ਕਾਬਲੀਅਤ ਹੈ ਜਿਹੜੀ ਸੁਰੱਖਿਆ ਦੇਣ ਦੀ, ਅੰਦਰੂਨੀ ਵੀ ਬਾਹਰੀ ਵੀ, ਔਰ ਨਾਲ ਵਿਕਾਸ ਦੀ ਵੀ ਗੱਲ ਕਹੀਏ ਤੇ ਭਾਈਚਾਰਕ ਸਾਂਝ ਦੀ ਵੀ ਗੱਲ ਕਰੀਏ। ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਇੰਡਸਟਰੀ ਉੱਥੇ ਵੱਧ ਰਹੀ ਹੈ, ਉੱਥੇ ਸਾਰੇ ਵਿਕਾਸ ਕਿਉਂ ਹੋ ਰਿਹਾ? ਜਿੱਥੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮੈਦਾਨੀ ਇਲਾਕਾ ਹੈ, ਸਾਰੀਆਂ ਸਹੂਲਤਾਂ ਸਾਡੇ ਕੋਲ ਜ਼ਿਆਦਾ ਹੈ। ਨਾਲ ਗੁਆਂਢੀ ਸੂਬਾ ਜਿਹੜਾ ਹਿਮਾਚਲ ਪ੍ਰਦੇਸ਼ ਹੈ, ਪਹਾੜੀ ਇਲਾਕਾ, ਸੁਵਿਧਾ ਘੱਟ ਨੇ ਪਰ ਇੰਡਸਟਰੀ ਵੱਧਦੀ ਫੁੱਦੀ ਉੱਥੇ। ਇੱਥੇ ਸਾਡੇ ਕੋਲ ਰੇਲ ਕਨੈਕਟੀਵਿਟੀ ਆਰਾਮ ਨਾਲ ਹੈ, ਰੋਡ ਕਨੈਕਟੀਵਿਟੀ ਵੀ, 에ਅਰ ਕਨੈਕਟੀਵਿਟੀ। ਜਦ ਕਿ ਹਿਮਾਚਲ ਦੇ ਵਿੱਚ ਉਸ ਏਰੀਆ ਦੇ ਵਿੱਚ ਰੋਡ ਕਨੈਕਟੀਵਿਟੀ ਰੇਲ ਕਨੈਕਟੀਵਿਟੀ ਦੀ ਬਹੁਤ ਘੱਟ ਆ ਔਰ ਰੋਡ ਕਨੈਕਟੀਵਿਟੀ ਵੀ ਬੜੀ ਡਿਫਿਕਲਟ ਹੈ, ਪਹੁੰਚਣਾ ਬੜਾ ਔਖਾ, ਟਾਈਮ ਲੱਗਦਾ। ਪਰ ਫਿਰ ਵੀ ਉੱਥੇ ਵਧੀ ਫੁੱਲੀ, ਪਤਾ ਕਿਉਂ? ਸਿਰਫ ਇਸ ਕਰਕੇ ਕਿ ਇੱਥੇ ਕਾਂਗਰਸ ਦੀ ਨਕੰਮੀ ਨਠੱਲੀ ਸਰਕਾਰ ਸੀ, ਜਾਣੀ ਨਾਕਾਬਲ ਸਰਕਾਰ ਸੀ, ਔਰ ਉੱਥੇ ਭਾਜਪਾ ਦੀ ਸਰਕਾਰ ਸੀ ਔਰ ਕਾਮਯਾਬ ਸਰਕਾਰ ਸੀ। ਚਲੋ ਆਪਾਂ ਇਕੱਲੇ ਹਲਕੇ ਵਿਧਾਨ ਸਭਾ ਹਲਕੇ ਫਗਵਾੜੇ ਦੀ ਗੱਲ ਕਰੀਏ। ਤੁਸੀਂ ਕਹਿੰਦੇ ਆ ਵੀ ਤੁਹਾਡੇ ਲੋਕ ਸਭਾ ਹਲਕੇ ਵਿੱਚ ਵੀ ਇਹ ਸੀਗਾ, ਉਦੋਂ ਤੁਸੀਂ ਵਿਕਾਸ ਕਰਾਇਆ। ਹੁਣ ਨਵੇਂ ਕਿਹੜੇ ਹੋਰ ਵਿਕਾਸ ਦੇ ਤੁਸੀਂ ਕਰਨ ਦੀ ਉਮੀਦ ਦਿੱਤੀ ਹੈ ਵੋਟਰਾਂ ਨੂੰ? ਦੇਖੋ ਅਸੀਂ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਨੇ 11 ਸੂਤਰੀ ਕਾਰਜਕ੍ਰਮ ਪੰਜਾਬ ਲੈਵਲ 'ਤੇ ਦਿੱਤਾ ਹੈ, ਪਰ ਮੈਂ ਜੇ ਕਹਾਂ ਕਿ ਫਗਵਾੜੇ ਨੂੰ ਦੀ ਗੱਲ ਉਹਨਾਂ 11 ਪੁਆਇੰਟਾਂ ਤੋਂ ਇਲਾਵਾ ਵੀ ਅਗਰ ਥੋੜ੍ਹੀ ਬਹੁਤੀ ਸੋਚ ਲਈਏ ਤਾਂ ਫਗਵਾੜਾ ਇੱਕ ਇੰਡਸਟਰੀਅਲ ਸਿਟੀ ਹੈਗਾ। ਔਰ ਜਦੋਂ ਉਹ ਇੰਡਸਟਰੀਅਲ ਸਿਟੀ ਹੈ ਤਾਂ ਉਹਦੇ ਵਿੱਚ ਭਾਵ ਉੱਥੇ ਕਾਰੀਗਰ ਹੈ, ਉੱਥੇ ਜਿਹੜਾ ਇਨਫਰਾਸਟਰਕਚਰ ਹੈ ਸਿਰਫ ਉਹਨੂੰ ਲੋਡ ਵਧਾਉਣ ਦੀ ਹੈ ਔਰ ਇੱਥੇ ਵੱਡੀ ਇੰਡਸਟਰੀ ਲਿਆਉਣ ਦੀ ਆ। ਔਰ ਉਹਦੇ ਨਾਲ ਜੇ ਇੱਕ ਇੰਡਸਟਰੀ ਵੱਡੀ ਲੱਗਦੀ ਹੈ ਤਾਂ ਉਹਨੂੰ ਜਿਹੜਾ ਸਪਲਾਈ ਲਾਈਨ ਜਿਹੜੀ ਆ ਉਹ ਛੋਟੀਆਂ ਇੰਡਸਟਰੀਆਂ ਦੇ ਮਾਧਿਅਮ ਦੇ ਨਾਲ ਜੋੜੀ ਜਾ ਸਕਦੀ ਹੈ। ਉਹਨਾਂ ਦੇ ਕੰਪੋਨੈਂਟ ਤਿਆਰ ਕਰਨ ਦੇ ਲਈ ਉਹ ਛੋਟੀ ਇੰਡਸਟਰੀ ਵੀ ਕਾਮਯਾਬ ਹੋਏਗੀ। ਔਰ ਪਿੰਡਾਂ ਦੇ ਵਿੱਚ ਕਿਉਂਕਿ ਖੇਤੀ ਆਧਾਰਿਤ ਸਾਡਾ ਸੂਬਾ ਹੈ ਅਤੇ ਪਿੰਡਾਂ ਦੇ ਵਿੱਚ ਜਿਹੜੀ ਸਾਨੂੰ ਐਗਰੀਕਲਚਰ ਬੇਸ ਜਿਹੜੀ ਹੈ ਉਹ ਇੰਡਸਟਰੀ ਲਿਆਉਣ ਦੀ ਬਹੁਤ ਵੱਡੀ ਲੋੜ ਹੈ। ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚ ਐਗਰੀਕਲਚਰ ਬੇਸ ਔਰ ਸ਼ਹਿਰਾਂ ਦੇ ਵਿੱਚ ਜਿਹੜੀ ਆ ਦੂਸਰੀਆਂ ਇੰਡਸਟਰੀਆਂ ਲਿਆ ਕੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾ। ਅਗਰ ਇੱਕ ਇੰਡਸਟਰੀ ਲੱਗਦੀ ਹੈ ਤਾਂ ਇਕੱਲਾ ਸਿਰਫ ਉਸ ਕਾਰੀਗਰ ਨੂੰ ਨੌਕਰੀ ਨਹੀਂ ਮਿਲਦੀ, ਉੱਥੇ ਜਿਹੜਾ ਸਮਾਨ ਲੈ ਕੇ ਲਿਆਉਣ ਵਾਲਾ ਰਿਕਸ਼ਾ ਪੁਲ ਇਹ ਉਹ ਸਾਰੇ ਜਿੰਨੇ ਲੱਗਦੇ ਆ, ਲੋਡਿੰਗ ਅਨਲੋਡਿੰਗ, ਪਤਾ ਨਹੀਂ ਕਿੰਨੇ ਲੋਕਾਂ ਨੂੰ ਉੱਥੇ ਡਾਇਰੈਕਟ ਇਨਡਾਇਰੈਕਟ ਉਹ ਮਿਲਦਾ ਹੈ। ਔਰ ਨਾਲ ਜਦੋਂ ਇੱਕ ਆਦਮੀ ਪੈਸਾ ਕਮਾਉਂਦਾ ਤਾਂ ਉਹਦੇ ਨਾਲ ਫਿਰ ਸ਼ਹਿਰ ਵੱਸਦਾ, ਕਿਉਂਕਿ ਉਹਨੇ ਕਰਿਆਨਾ ਲਈ ਵੀ ਲੈਣਾ ਹੈ, ਉਹਨੇ ਕੱਪੜਾ ਵੀ ਲੈਣਾ ਹੈ, ਉਹਨੇ ਉਹਦੇ ਬੱਚੇ ਪੜ੍ਹਾਉਣੇ, ਸਟੇਸ਼ਨਰੀ ਵੀ ਚਾਹੀਦੀ ਹੈ, ਉੱਥੇ ਬੱਚੇ ਪੜ੍ਹਾਉਣੇ ਤਾਂ ਸਕੂਲ ਵੀ ਚਾਹੀਦਾ ਹੈ, ਜੇ ਉੱਥੇ ਬਾਕੀ ਚਾਹੀਦਾ ਤਾਂ ਉਹਨੂੰ ਸਿਹਤ ਸੁਵਿਧਾਵਾਂ ਵੀ ਚਾਹੀਦੀਆਂ, ਉੱਥੇ ਡਾਕਟਰਾਂ ਦੀ ਸੇਵਾਵਾਂ ਵੀ ਚਾਹੀਦੀਆਂ। ਸੋ ਭਾਵ ਇੱਕ ਇੰਡਸਟਰੀ ਲੱਗਣ ਨਾਲ ਸ਼ਹਿਰ ਦੇ ਵਿੱਚ ਬਹੁਤ ਵੱਡਾ ਵਿਕਾਸ ਹੁੰਦਾ ਹੈ, ਟਰਾਂਸਪੋਰਟਰ ਵੀ ਵੱਧਦੀ ਹੈ, ਛੋਟੇ ਮੋਟੇ ਰਿਕਸ਼ਾ ਪੁਲਰ ਵੀ ਅੱਗੇ ਵੱਧਦੇ ਨੇ। ਸੋ ਇਹਦੇ ਕਰਕੇ ਇੰਡਸਟਰੀ ਦੇ ਨਾਲ ਇੱਕ ਸਰਵਾਂਗੀਣ ਸਰਵਪੱਖੀ ਅਸੀਂ ਕਹਿ ਸਕਦੇ ਹਾਂ ਕਿ ਸਰਵਪੱਖੀ ਵਿਕਾਸ ਹੁੰਦਾ। ਚਲੋ ਸਾਂਪਲਾ ਸਾਹਿਬ, ਤੁਸੀਂ ਸੋਚਿਆ ਕਿ ਇਸ ਤੋਂ ਬਾਅਦ ਇੱਥੇ ਉਦਯੋਗ ਲਗਾਉਣ ਦੀ ਬਹੁਤ ਜ਼ਰੂਰਤ ਹੈ, ਜਿਸ ਕਰਕੇ ਸਰਵਪੱਖੀ ਵਿਕਾਸ ਹੋਏਗਾ। ਪਰ ਗੱਲ ਇਹ ਹੈ ਕਿ ਭਾਜਪਾ ਪਹਿਲੀ ਵਾਰ ਇਕੱਲੀ ਲੜ ਰਹੀ ਹੈ ਅਕਾਲੀ ਦਲ ਤੋਂ ਵੱਖਰੇ ਹੋ ਕੇ, ਅਤੇ ਕੈਪਟਨ ਯਾਨੀ ਕਿ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕਰਕੇ ਮੈਦਾਨ 'ਚ ਉਤਰੀ ਹੋਈ ਹੈ। ਅਤੇ ਗੱਲ ਇਹ ਆ ਰਹੀ ਹੈ ਕਿ ਸਾਰੇ ਜਿਹੜੇ ਤੁਹਾਡੇ ਉਮੀਦਵਾਰ ਨੇ ਦੂਸਰੀਆਂ ਪਾਰਟੀਆਂ 'ਚੋਂ ਨਾਰਾਜ਼ ਹੋ ਕੇ ਜਾਂ ਉੱਥੋਂ ਉਹਨਾਂ ਨੂੰ ਜਦੋਂ ਟਿਕਟ ਨਹੀਂ ਮਿਲੀ ਬਾਹਰ ਆ ਕੇ ਤੁਹਾਡੇ ਕੋਲੇ ਆ ਗਏ ਨੇ। ਅਤੇ ਮਨਪ੍ਰੀਤ ਯਾਨੀ ਕਿ ਰਵਨੀਤ ਬਿੱਟੂ ਦੇ ਬਿਆਨ ਦੀ ਗੱਲ ਕਰੀਏ, ਉਹ ਕਹਿੰਦੇ ਵੀ
ਜਿਹੜੇ ਭਾਜਪਾ ਦੇ ਵਿੱਚ ਜਿਹੜੇ ਸਾਰੇ ਕੈਂਡੀਡੇਟ ਨੇ ਸਾਡੀ ਪਾਰਟੀਆਂ 'ਚ ਗਏ ਨੇ ਉਹ ਫਿਰ ਵਾਪਸ ਬੁਲਾ ਲਾਂਗੇ। ਕਿਤੇ ਨਾ ਕਿਤੇ ਭਾਜਪਾ ਇੱਥੇ ਬੈਕਫੁੱਟ ਤੇ ਨਜ਼ਰ ਨਹੀਂ ਆ ਰਹੀ, ਉਹਦੇ ਆਪਦੇ ਉਮੀਦਵਾਰ ਘੱਟ ਨੇ, ਦੂਸਰੀਆਂ ਪਾਰਟੀਆਂ ਤੋਂ ਆਏ ਹੋਏ ਉਮੀਦਵਾਰ ਜ਼ਿਆਦਾ ਨੇ। ਐਸਾ ਨਹੀਂ ਹੈ, ਸਾਡੀ ਜਿੰਨੀ ਵੀ ਸਾਡੀ ਲੀਡਰਸ਼ਿਪ ਹੈ, ਸਾਰੇ ਪੁਰਾਣੇ ਲੀਡਰਸ਼ਿਪ ਸਾਰੀ ਲੜ ਰਹੀ ਹੈ। ਦੂਸਰੀ ਗੱਲ ਜਿਹੜੀ ਕਿ ਇਹ ਸਬਕ ਸੀ ਕਿ ਕਿਸਾਨ ਮੋਰਚੇ ਵਾਲੇ ਕਹਿੰਦੇ ਸੀ, ਕਿਸਾਨ ਲੋਕਾਂ 'ਚ ਭਰਮ ਪੈਦਾ ਕਰਦੇ ਸੀ ਰਾਜਨੀਤਿਕ ਦਲ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਵਿਰੋਧੀ ਹੈ। ਤੇ ਤੁਸੀਂ ਦੇਖਿਆ ਕਿ ਜਿੰਨੇ ਆਏ ਨੇ ਉਹ ਟਿਕਟਾਂ ਵੰਡਣ ਤੋਂ ਪਹਿਲਾਂ ਹੀ ਆ ਗਏ, ਟਿਕਟਾਂ ਦਾ ਰੌਲਾ ਵੀ ਨਹੀਂ ਸੀ ਪਿਆ ਜਦੋਂ ਆ ਗਏ, ਔਰ ਉਹ ਸਾਰੇ ਉਹ ਆਏ ਜਿਹੜੇ ਕਿਸਾਨਾਂ ਦੇ ਨਾਲ ਰਿਲੇਟਡ ਨੇ। ਤੇ ਇਹਦਾ ਮਤਲਬ ਉਹ ਸਮਝਦੇ ਨੇ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਪਾਰਟੀ ਹੈ। ਔਰ ਜਿਹੜੇ ਦੂਸਰੀਆਂ ਪਾਰਟੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਮਤਲਬ ਹੈ ਕਿ ਵੀ ਜਿਹੜੀਆਂ ਦੂਸਰੀ ਪਾਰਟੀਆਂ ਛੜਯੰਤਰ ਕਰਨ ਦੇ ਬਾਵਜੂਦ ਵੀ ਇੱਕ ਮੌਕਾ ਇਸ ਜਿਹੜੇ ਪ੍ਰਚਾਰ ਕਰਨ ਦੇ ਬਾਵਜੂਦ ਵੀ ਕਿ ਭਾਰਤੀ ਜਨਤਾ ਪਾਰਟੀ ਦੇ ਅਸੀਂ ਜ਼ਮਾਨਤਾਂ ਜ਼ਬਤ ਕਰਾਵਾਂਗੇ। ਅੱਜ ਇੰਨਾ ਉਤਸ਼ਾਹ ਹੈ ਕਿ ਸਾਰੀਆਂ ਨੂੰ ਪਾਰਟੀਆਂ ਨੂੰ ਆਪੋ ਆਪਣੇ ਬੰਦੇ ਸੰਭਾਲਣੇ ਪਏ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਤੁਹਾਨੂੰ ਉਹਨਾਂ ਨੂੰ ਕਿਉਂ ਕਿ ਉਹਨਾਂ ਦੀਆਂ ਨੀਤੀਆਂ ਠੀਕ ਨਹੀਂ ਆ, ਉਹਨਾਂ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਸਲੀਕਾ ਹੈ ਉਹ ਠੀਕ ਨਹੀਂ ਹੈ। ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕਾਂ ਦੇ ਵਿੱਚ ਆਕਰਸ਼ਣ ਵਧਿਆ। ਆਕਰਸ਼ਣ ਦੇ ਕਾਰਨ ਜਿਹੜੇ ਭਾਰਤੀ ਜਨਤਾ ਪਾਰਟੀ 'ਚ ਜਿਹੜੇ ਲੋਕ ਆ ਰਹੇ ਨੇ ਉਹ ਜੱਟ ਕਹਿ ਲਈਏ, ਭਾਵ ਕਿਸਾਨ ਦੀ ਗੱਲ ਕਰ ਲਈਏ, ਔਰ ਕਿਸਾਨਾਂ ਦੇ ਨਾਲ ਸੰਬੰਧਿਤ ਰੱਖਣ ਵਾਲੇ ਸਾਰੇ ਲੋਕ ਆਏ ਨੇ। ਤੇ ਇਹਦਾ ਮਤਲਬ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਵੀ ਪਾਰਟੀ ਹੈ, ਸਿੱਖ ਸਮਾਜ ਦੀ ਵੀ ਪਾਰਟੀ ਹੈ, ਮੁਸਲਿਮ ਸਮਾਜ ਦੀ ਵੀ ਪਾਰਟੀ ਹੈ, ਕ੍ਰਿਸਚਨ ਸਮਾਜ ਦੀ ਵੀ ਪਾਰਟੀ, ਸਾਰਿਆਂ ਦੀ ਸਾਂਝੀ ਪਾਰਟੀ ਹੈ। ਹਾਂ, ਤੁਸੀਂ ਕਰ ਰਹੇ ਸੀ ਸਿੱਖਾਂ ਦੇ ਮੁੱਦਿਆਂ ਦੀ ਗੱਲ। ਜੇ ਆਪਾਂ ਮਨਜਿੰਦਰ ਸਿੰਘ ਸਿਰਸਾ ਜਦੋਂ ਪਹਿਲੀ ਵਾਰੀ ਭਾਜਪਾ ਸ਼ਾਮਲ ਕਰਦੇ ਨੇ ਹੁੰਦੇ ਨੇ ਤਾਂ ਉਹ ਐਲਾਨ ਕਰਦੇ ਨੇ ਕਿ ਮੈਂ ਕੌਮੀ ਪੱਧਰ ਦੇ ਜੋ ਮਸਲੇ ਨੇ ਸਿੱਖਾਂ ਨਾਲ ਜੁੜੇ ਹੋਏ ਨੇ ਉਹਨਾਂ ਮਸਲਿਆਂ ਨੂੰ ਲੈ ਕੇ ਭਾਜਪਾ 'ਚ ਸ਼ਮੂਲੀਅਤ ਕੀਤੀ ਹੈ, ਜਿਸ ਵਿੱਚ ਉਹਨਾਂ ਨੂੰ ਆਸ ਹੈ। ਤੁਹਾਨੂੰ ਕੀ ਲੱਗਦਾ ਕਿ ਭਾਜਪਾ ਜਿਵੇਂ ਬੰਦੀ ਸਿੰਘਾਂ ਦੀ ਗੱਲ ਹੈ, ਕਾਲੀ ਸੂਚੀ ਦੀ ਗੱਲ ਹੈ, ਤੇ ਉਹਨਾਂ ਦੇ ਵਿੱਚ ਭਾਜਪਾ ਕਦਮ ਜਲਦੀ ਉਠਾਏਗੀ ਕੋਈ ਨਾ ਕੋਈ? ਦੇਖੋ, ਪਹਿਲੀ ਗੱਲ ਤਾਂ ਤੁਹਾਡੇ ਸਵਾਲ 'ਚ ਜਵਾਬ ਸੀ ਕਿ ਮਨਜਿੰਦਰ ਸਿੰਘ ਨੇ ਕਹਿ ਦਿੱਤਾ ਕਿ ਵੀ ਮੈਂ ਉਹਨਾਂ ਦੇ ਮਸਲੇ ਹੱਲ ਕਰਨ ਦੇ ਲਈ ਭਾਜਪਾ ਸ਼ਾਮਲ ਹੋਇਆ। ਭਾਵ ਕਿ ਮਸਲੇ ਹੱਲ ਕੌਣ ਕਰ ਸਕਦਾ? ਸਿਰਫ ਭਾਜਪਾ। ਇਹਦਾ ਮਤਲਬ ਪਹਿਲਾਂ ਤਾਂ ਜਵਾਬ ਇਹੀ ਹੋ ਗਿਆ। ਜਿੱਥੇ ਤੱਕ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰ ਰਹੇ ਹੋ, ਉੱਥੇ ਤੱਕ ਬੰਦੀ ਸਿੰਘਾਂ ਨੂੰ ਇਹਨਾਂ ਨੂੰ ਸਜ਼ਾ ਕਿਸ ਵੇਲੇ ਹੋਈ? ਜਦੋਂ ਕਾਂਗਰਸ ਦੀ ਸਰਕਾਰ ਸੀ। ਬਲੈਕ ਲਿਸਟਡ ਜਿਹੜੇ ਸਿੰਘ ਹੋਏ ਸੀ ਕਦੋਂ ਹੋਏ ਸੀ? ਜਦੋਂ ਕਾਂਗਰਸ ਦੀ ਸਰਕਾਰ ਸੀ। 84 ਦੇ ਦੰਗਿਆਂ 'ਚ ਜਿਹੜੇ ਆ ਟਾਇਰ ਪਾ ਕੇ ਜਿਹੜੇ ਸਾੜੇ ਗਏ ਸੀ ਕਦੋਂ ਹੋਏ ਸੀ? ਜਦੋਂ ਭਾਰਤ ਦੀ ਕਾਂਗਰਸ ਦੀ ਸਰਕਾਰ ਸੀ। ਭਾਵ ਇਹਨਾਂ ਜਿੰਨੇ ਵੀ ਹੋਏ ਆ ਕੰਮ ਸਾਰੇ ਕਾਂਗਰਸ ਦੀ ਸਰਕਾਰ ਵੇਲੇ ਹੀ ਹੋਏ ਆ। ਔਰ ਜਿੰਨੇ ਅਤਿਆਚਾਰ ਸਿੰਘਾਂ ਦੇ ਉੱਤੇ ਹੋਏ ਨੇ ਉਦੋਂ ਹੀ ਹੋਏ। ਔਰ ਜੇ ਉਹਨਾਂ ਦੇ ਨਿਪਟਾਰੇ ਹੋਏ ਨੇ, ਅੱਜ ਸੱਜਣ ਸਿੰਘ ਅੰਦਰ ਹੈ, ਕਦੋਂ ਹੋਇਆ? ਜਦੋਂ ਭਾਜਪਾ ਨੇ ਸਿੰਘਾਂ ਨੂੰ ਇਨਸਾਫ ਦਿੱਤਾ ਹੈ। ਅੱਜ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ, ਤੇ ਜਿੱਥੇ ਜਿੱਥੇ ਭਾਜਪਾ ਦੇ ਸਰਕਾਰ ਸੀ ਉੱਥੋਂ ਸਾਰਿਆਂ ਦੀ ਰਿਹਾਈ ਹੋ ਚੁੱਕੀ ਹੈ। ਔਰ ਜਿੱਥੇ ਜਿੱਥੇ ਭਾਜਪਾ ਤੋਂ ਬਿਨਾਂ ਸਿੰਘ ਹੈ ਉੱਥੇ ਹੀ ਹਲੇ ਜੇ ਦਿੱਲੀ 'ਚ ਇੱਕ ਆਦਮੀ ਦਾ ਹਲੇ ਤੱਕ ਰਿਹਾਈ ਨਹੀਂ ਹੋਈ, ਉਹਦਾ ਕਾਰਨ ਕੇਜਰੀਵਾਲ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜੇ ਕਰਨਾਟਕਾ 'ਚ ਹੋਈ ਤੇ ਉੱਥੇ ਭਾਜਪਾ ਦੀ ਸਰਕਾਰ ਨਹੀਂ, ਤੁਸੀਂ ਵੀ ਜਾਣਦੇ ਹੋ। ਸੋ ਜਿੱਥੇ ਜਿੱਥੇ ਗੁਜਰਾਤ 'ਚ ਭਾਜਪਾ ਦੀ ਸਰਕਾਰ ਸੀਗੀ ਤੇ ਜਿਹੜਾ ਜਿਹੜਾ ਬੰਦੀ ਲਾਲ ਸਿੰਘ ਜੋ ਮੇਰੇ ਫਗਵਾੜੇ ਹਲਕੇ ਦਾ ਰਹਿਣ ਵਾਲਾ ਅਕਾਲਗੜ੍ਹ ਦਾ, ਤੇ ਉਹਦੀ ਰਿਹਾਈ ਹੋਈ ਹੈ। ਸੋ ਇਹ ਜਿੱਥੇ ਜਿੱਥੇ ਵੀ ਭਾਜਪਾ ਹੋਈ ਉੱਥੇ ਸਿੰਘਾਂ ਦੇ ਲਈ ਪ੍ਰਤੀ ਉਹਨਾਂ ਨੇ ਕੰਮ ਕੀਤਾ। ਜੇ ਅੱਜ ਅਫਗਾਨਿਸਤਾਨ ਤੋਂ ਸਿੰਘਾਂ ਨੂੰ ਲੈ ਕੇ ਆਏ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸਨਮਾਨ ਨਾਲ ਲੈ ਕੇ ਆਏ ਤਾਂ ਭਾਜਪਾ ਵੇਲੇ ਹੋਇਆ। ਜੇ ਆਪਾਂ ਲਾਂਘੇ ਦੀ ਗੱਲ ਕਰੀਏ ਤੇ ਲਾਂਘਾ ਖੁੱਲਿਆ ਤੇ ਕਦੋਂ ਹੋਇਆ? ਜਦੋਂ ਭਾਜਪਾ ਦੀ ਸਰਕਾਰ ਸੀ। ਜੇ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਬਲੀਦਾਨ ਦਿਵਸ ਨੂੰ ਜਿਨ੍ਹਾਂ ਨੇ ਸਾਡੇ ਲਈ ਬਲੀਦਾਨ ਦਿੱਤਾ, ਸਾਡੇ ਧਰਮ ਦੇ ਲਈ, ਸਾਡੀ ਰੱਖਿਆ ਦੇ ਲਈ, ਔਰ ਉਹਨਾਂ ਨੇ ਸਾਨੂੰ ਸਬਕ ਵੀ ਦਿੱਤਾ ਕਿ ਧਰਮ ਨਹੀਂ ਛੱਡਣਾ ਔਰ ਆਪਣੀ ਜਾਨ ਜਾਂਦੀ ਤੇ ਜਾਨ ਦਿਓ, ਬਲੀਦਾਨ ਦੇ ਸਕਦੇ ਹਾਂ ਪਰ ਧਰਮ ਦੀ ਰੱਖਿਆ ਅਸੀਂ ਕਰਾਂਗੇ। ਉਹਨਾਂ ਦੇ ਬਲੀਦਾਨ ਦਿਵਸ ਨੂੰ ਵੀਰਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਤੇ ਭਾਜਪਾ ਦੀ ਸਰਕਾਰ ਨੇ ਸੀ। ਉਹ ਜਿੰਨੇ ਕੰਮ ਹੋਏ ਇਹ ਸਾਰੇ ਹੀ ਤਾਂ ਭਾਜਪਾ ਵੇਲੇ ਹੋਏ, ਔਰ ਜਿੰਨਾ ਨੁਕਸਾਨ ਹੋਇਆ ਉਹ ਸਾਰੇ ਦਾ ਸਾਰਾ ਕਾਂਗਰਸ ਦੇ ਵੇਲੇ ਹੋਇਆ। ਤੁਸੀਂ ਇੱਕ ਬਹੁਤ ਵੱਡੀ ਫੇਰਿਸਤ ਦੱਸੀ ਹੈ ਸਿੱਖ ਧਰਮ ਤੇ ਸਿੱਖਾਂ ਲਈ ਜਿਹੜੇ ਕੰਮ ਭਾਜਪਾ ਦੇ ਕਾਰਜਕਾਲ ਦੌਰਾਨ ਹੋਏ। ਪਰ ਇੱਕ ਗੱਲ ਹੁਣ ਇੱਕ ਬੜੀ ਚਰਚਾ 'ਚ ਹੈ, ਰਾਮ ਰਹੀਮ ਦਾ ਫਰਲੋ ਤੇ ਵਾਪਸ ਆਉਣਾ। 21 ਦਿਨਾਂ ਦੀ ਫਰਲੋ, ਚਾਹੇ ਉਹ ਕਾਨੂੰਨ ਦੇ ਦਾਇਰੇ 'ਚ ਹੋ ਕੇ ਹੋਈ ਹੈ, ਪਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜਦੋਂ ਇਲੈਕਸ਼ਨਾਂ ਦਾ ਚੋਣਾਂ ਦੀ ਪ੍ਰਚਾਰ ਜਦੋਂ ਸ਼ੁਰੂ ਹੋਇਆ ਉਦੋਂ ਪਹਿਲਾਂ
ਯਾਨੀ ਕਿ ਇਹੀ ਗੱਲ ਗੁਰਦੁਆਰਾ ਸਾਹਿਬ 'ਚ ਹੋਈ ਸੀ ਮਾਲਵੇ ਖੇਤਰ ਦੇ ਵਿੱਚੋਂ। ਅੱਜ ਉਹਨਾਂ ਦੀ ਪੈਰੋਲ ਹੋ ਗਈ ਹੈ। ਇਹਨੂੰ ਉਦੋਂ ਪਹਿਲਾਂ ਆਪਣੇ ਵੱਡੇ ਆਗੂ ਡੇਰੇ ਦੇ ਉਹਦੇ ਸਭਾ 'ਚ ਦੇਖੇ ਜਾਂਦੇ ਨੇ। ਕੀ ਇਸ ਨੂੰ ਭਾਜਪਾ 'ਤੇ ਦੋਸ਼ ਲੱਗ ਰਹੇ ਨੇ ਕਿ ਭਾਜਪਾ ਨੇ ਆਪਦੇ ਪ੍ਰਭਾਵ ਨਾਲ ਉਹਨਾਂ ਨੂੰ ਬਾਹਰ ਲਿਆਂਦਾ ਤੇ 21 ਦਿਨਾਂ ਦੇ ਵਿੱਚ ਕੁਛ ਨਾ ਕੁਛ ਇਸ ਫਰਲੋ ਦਾ ਚੋਣਾਂ 'ਤੇ ਪ੍ਰਭਾਵ ਪਏਗਾ? ਕਿ ਤੁਸੀਂ ਵੀ ਦੂਸਰਿਆਂ ਵਾਂਗ ਇਹ ਇਲਜ਼ਾਮ ਲਾਉਂਦੇ ਆ ਕਿ ਭਾਜਪਾ ਸਾਰਾ ਕੰਮ ਕਰਦੀ ਹੈ? ਨਹੀਂ, ਗੱਲ ਅਸੀਂ ਤਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਸਰ। ਲੋਕਾਂ ਦੀ ਗੱਲ ਜਿਹੜੀ ਹੈ, ਲੋਕਾਂ ਦੀ ਗੱਲ ਹੋਰ ਹੈ, ਪਰ ਤੁਹਾਡੀ ਸਮਝਦਾਰੀ ਵੀ ਤਾਂ ਕੁਛ ਨਾ ਕੁਛ ਦੱਸਣੀ ਚਾਹੀਦੀ ਸਾਨੂੰ ਕਿ ਇਹ ਕੰਮ ਜਿਹੜਾ ਆ ਉਹ ਅਦਾਲਤ ਦਾ ਕੰਮ ਹੈ, ਨਾ ਕਿ ਕਿਸੇ ਵਿਅਕਤੀ ਦਾ। ਕੋਰਟ ਨੂੰ ਜਿਹੜਾ ਐਡਾ ਵੱਡਾ ਕੇਸ ਆ ਉਹਦੇ 'ਤੇ ਫੈਸਲਾ ਲੈਣਾ ਅਦਾਲਤ ਦੇ ਬੜੇ ਸੀਨੀਅਰ ਜੱਜਾਂ ਦਾ ਕੰਮ ਹੈ, ਔਰ ਜੱਜ ਦੇ ਮਾਮਲੇ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ। ਇਹ ਕੰਮ ਦੇ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ, ਉਹਨੂੰ ਆਪਣਾ ਕੰਮ ਕਰਨ ਦੇਣਾ। ਅਗਰ ਕਿਸੇ ਨੂੰ ਇਤਰਾਜ਼ ਹੈ ਤਾਂ ਉਹਦੇ 'ਤੇ ਜਾ ਕੇ ਕਾਨੂੰਨ ਦੇ ਅੱਗੇ ਆਪਣੀ ਗੱਲ ਕਰੇ, ਬਜਾਏ ਕਿ ਇੱਥੇ ਰਾਜਨੀਤਿਕਾਂ ਦੇ ਉੱਤੇ ਆਪਣੀ ਇਹ ਫੇਲੀਅਰ ਦਿਖਾਉਣ ਦੇ ਲਈ ਵੀ ਸਾਡੀ ਸਰਕਾਰ ਤਾਂ ਬਣਨੀ ਨਹੀਂ, ਹੁਣ ਦੋਸ਼ ਲਾ ਦਿਓ। ਇਹ ਚੀਜ਼ਾਂ ਤਾਂ ਜਿਹੜੀਆਂ ਉਹ ਗਲਤ ਰਹੀਆਂ ਹਮੇਸ਼ਾ ਹੀ। ਜਦੋਂ ਦੂਜੀਆਂ ਆਪੋਜੀਸ਼ਨ ਨੇ ਦੇਖਿਆ ਕਿ ਜਦੋਂ ਹੀ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਤੇ ਇਸੇ ਤਰ੍ਹਾਂ ਹੀ ਆਰੋਪ ਲਗਾ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਹਾਰ ਉਹਨਾਂ ਦੀ ਸੁਨਿਸ਼ਚਿਤ ਹੈ। ਅੱਛਾ, ਗੱਲ ਆਪਾਂ ਕਰੀਏ ਹੁਣ ਮੋਦੀ ਸਾਹਿਬ ਪਹਿਲੀ ਵਾਰ ਆਉਂਦੇ ਨੇ ਤੇ ਉਦੋਂ ਵੀ ਕਈ ਸਵਾਲ ਉੱਠਦੇ ਨੇ, ਪਰ ਹੁਣ 14 ਤਰੀਕ ਤੋਂ ਬਾਅਦ 3 ਦਿਨ ਮੋਦੀ ਸਾਹਿਬ ਦਾ ਫਿਰ ਦੌਰਾ ਹੈ ਤੇ ਦੂਸਰੀ ਗੱਲ ਹੈ ਕਿ ਉਦੋਂ ਪਹਿਲਾਂ ਅਮਿਤ ਸ਼ਾਹ ਵੀ ਆ ਰਹੇ ਨੇ। ਤੁਸੀਂ ਇਹ ਹੁਣ ਇਸ ਦੌਰੇ ਨੂੰ ਕਿਵੇਂ ਮੈਨੇਜ ਕਰੋਗੇ? ਪਹਿਲਾਂ ਤਾਂ ਸਵਾਲਾਂ ਦੇ ਘੇਰੇ 'ਚ ਰਿਹਾ। ਦੇਖੋ, ਪਹਿਲਾਂ ਸੀ ਗਲਤ ਲੋਕਾਂ ਦੇ ਹੱਥਾਂ 'ਚ ਸਰਕਾਰ ਦੇ ਆਰਡਰ ਉਹ ਲੱਭਦੇ ਸੀ ਪੰਜਾਬ ਦੇ ਮੁੱਖ ਮੰਤਰੀ ਕੋਲੋਂ, ਜਿਹੜੇ ਕਿ ਯੋਗ ਲੋਕ ਨਹੀਂ ਸੀਗੇ। ਹੁਣ ਜਿਹੜਾ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਸ ਵੇਲੇ ਕੰਟਰੋਲ ਜਿਹੜਾ ਹੁੰਦਾ ਆ ਉਹ ਹੁੰਦਾ ਆ ਇਲੈਕਸ਼ਨ ਕਮਿਸ਼ਨ ਕੋਲ। ਠੀਕ ਹੈ, ਇਸ ਕਰਕੇ ਹੁਣ ਜੇ ਡੀਜੀਪੀ ਉਸ ਤਰ੍ਹਾਂ ਦੀ ਕਰੇਗਾ ਤਾਂ ਉਹਨੂੰ ਟੰਗਿਆ ਵੀ ਜਾਏਗਾ। ਪਹਿਲਾ ਡੀਜੀਪੀ ਵੀ ਉੱਥੇ ਬਰਖਾਸਤ ਇਸੇ ਕਰਕੇ ਉਹਦੀ ਇਨਕੁਆਇਰੀ ਵੀ ਕੀਤੀ, ਉਹਦੇ 'ਤੇ ਇਨਵੈਸਟੀਗੇਸ਼ਨ ਖੁੱਲ੍ਹ ਗਈ ਹੈ। ਔਰ ਉਹ ਅੱਗੇ ਕੋਈ ਕਿਉਂਕਿ ਉਹਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਸਰਕਾਰ ਦੇ ਮੂਹਰੇ ਅਸੀਂ ਚਾਪਲੂਸੀ ਕਰਾਂਗਾ ਤਾਂ ਕੋਈ ਬਹੁਤ ਵੱਡੀ ਜਗ੍ਹਾ 'ਤੇ ਮੈਨੂੰ ਲੈ ਜਾਏਗਾ, ਪਰ ਉਹਦਾ ਨੁਕਸਾਨ ਉਹਨਾਂ ਨੂੰ ਭੁਗਤਣਾ ਪਏਗਾ। ਉਹਦੀ ਸਜ਼ਾ ਜੇ ਅਗਰ ਕਿਉਂਕਿ ਇਨਵੈਸਟੀਗੇਸ਼ਨ ਉਹਦੇ 'ਤੇ ਬੈਠੀ ਹੈ, ਜੋ ਉਹਦੀ ਸਜ਼ਾ ਹੋਏਗੀ ਉਹਨੂੰ ਮਿਲੇਗੀ। ਪਰ ਜਿੱਥੇ ਤੱਕ ਹੁਣ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਆਉਣਗੇ, ਕਿਉਂਕਿ ਹੁਣ ਬਹੁਤ ਵੱਡੀਆਂ ਰੈਲੀਆਂ ਤਾਂ ਨਹੀਂ ਹੋਣਗੀਆਂ। ਕਿਉਂਕਿ ਤੁਸੀਂ ਦੇਖਿਆ ਕਿ ਮੋਦੀ ਜੀ ਦੀ ਰੈਲੀਆਂ 'ਚ ਹਮੇਸ਼ਾ ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ ਨੇ, ਪਰ ਇਸ ਵਾਰ ਤਾਂ ਸਰਕਾਰ ਨੇ ਇਜਾਜ਼ਤੀ ਸ਼ਾਇਦ 8,000 ਦੀ 8-10,000 ਦੀ ਲੋਕਾਂ ਦੀ ਦਿੱਤੀ ਹੈ, ਅਤੇ ਜਿਹਦਾ ਕਰਕੇ ਬਹੁਤ ਵੱਡਾ ਰਸ਼ ਤਾਂ ਨਹੀਂ ਹੋਏਗਾ, ਪਰ ਮੈਸੇਜ ਪੂਰੇ ਦੇਸ਼ ਨੂੰ ਵੀ ਜਾਏਗਾ ਕਿ ਅੱਜ ਪੰਜਾਬ ਦੇ ਵਿੱਚ, ਕਿਉਂਕਿ ਹੁਣ ਪੰਜਾਬ 'ਚ ਕਾਂਗਰਸ ਦਾ ਰਾਜ ਨਹੀਂ ਰਿਹਾ, ਮਤਲਬ ਇਲੈਕਸ਼ਨ ਕਮਿਸ਼ਨ ਦੀ ਦੇਖ ਰੇਖ 'ਚ ਹੋਏਗਾ, ਅਤੇ ਪਰ ਮੋਦੀ ਜੀ ਇੱਥੇ ਸੁਰੱਖਿਅਤ ਆਉਣਗੇ ਵੀ, ਆਪਣੀ ਗੱਲ ਵੀ ਕਹਿ ਕੇ ਜਾਣਗੇ। ਹਾਂ, ਇਹਦੇ ਨਾਲ ਇੰਨਾ ਆ ਕਿ ਹੁਣ ਉਹ ਗੱਲਾਂ ਨਹੀਂ ਕਰ ਪਾਉਣਗੇ ਜਿਹੜੀਆਂ ਉਸ ਵੇਲੇ ਕੀਤੀਆਂ ਜਾਂਦੀਆਂ। ਉਹ ਫਾਇਦਾ ਜੋ ਪੰਜਾਬ ਨੂੰ ਦੇਣ ਆਏ ਸੀ ਉਹ ਫਾਇਦਾ ਨਹੀਂ ਮਿਲ ਪਾਏਗਾ। ਉਹਦਾ ਨੁਕਸਾਨ ਬਹੁਤ ਵੱਡਾ ਪੰਜਾਬ ਨੂੰ ਹੋਇਆ, ਜਿਹਦਾ ਦੋਸ਼ੀ ਜਿਹੜੇ ਆ ਉਹ ਪੰਜਾਬ ਸਰਕਾਰ ਆ। ਔਰ ਇਹ ਕਲੰਕ ਜਿਹੜਾ ਪੰਜਾਬ ਦੇ ਮੱਥੇ 'ਤੇ ਲੱਗਾ ਹੈ ਕਿ ਪ੍ਰਧਾਨ ਮੰਤਰੀ ਦਾ ਰਸਤਾ ਰੋਕਣਾ, ਔਰ ਇਹ ਕਾਂਗਰਸ ਦੀ ਨਾਕਾਮੀ ਦਾ ਜਾਂ ਪਾਗਲਪਨ ਦਾ ਨਤੀਜਾ ਕਹਿ ਸਕਦੇ ਹਾਂ। ਭਾਜਪਾ ਹੁਣ ਆਪਣੇ ਭਾਈਵਾਲਾਂ ਨਾਲ ਮਿਲ ਕੇ ਗੱਠਜੋੜ 'ਚ ਲੜ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਦਾ ਹੁਣ ਕੀ ਸਥਾਪਿਤ ਕਰ ਪਾਏਗੀ? ਇੱਕ ਵੱਡੀ ਧਿਰ ਬਣ ਪਾਏਗੀ ਜਾਂ ਇੱਕ ਸਰਕਾਰ ਦੇ ਵਿੱਚ ਬੈਠਣ ਦੀ ਸਮਰੱਥਾ ਰੱਖਦੀ ਹੈ? ਅਸੀਂ ਸਰਕਾਰ 'ਚ ਬੈਠਾਂਗੇ, ਔਰ ਲੋਕ ਇਹ ਸੋਚਦੇ ਨੇ ਕਿ ਬਾਕੀਆਂ ਨੂੰ ਵੋਟ ਕਿਉਂ ਪਾਈਏ। ਕਾਂਗਰਸ ਨੇ ਕਰਪਸ਼ਨ ਕੀਤੀ ਹੈ, ਆਮ ਆਦਮੀ ਪਾਰਟੀ ਨੇ ਝੂਠ ਬੋਲੇ ਨੇ, ਔਰ ਕਾਂਗਰਸ ਨੇ ਤਾਂ ਇੱਥੋਂ ਤੱਕ ਕਿ ਗਰੀਬਾਂ ਦਾ ਅਨਾਜ ਖਾ ਗਈ। ਇੱਥੋਂ ਤੱਕ ਕਿ ਗਰੀਬਾਂ ਨੂੰ, ਬੱਚਿਆਂ ਨੂੰ ਜਿਹੜੀ ਸਕਾਲਰਸ਼ਿਪ ਦੇ ਪੈਸੇ ਮਿਲਦੇ ਉਹ ਡਕਾਰ ਗਏ। ਇਹਦੀਆਂ ਸਜ਼ਾ ਤਾਂ ਰੱਬ ਵੀ ਦੇਗਾ ਅਤੇ ਜਨਤਾ ਵੀ ਦੇਗੀ, ਕਿਉਂਕਿ ਜਨਤਾ ਜਿਹੜੀ ਆ ਉਹ ਰੱਬ ਦੇ ਰੂਪ 'ਚ ਹੀ ਹੁੰਦੀ ਹੈ। ਅਸੀਂ ਸੰਗਤ ਨੂੰ ਰੱਬ ਦਾ ਰੂਪ ਹੀ ਮੰਨਦੇ ਹਾਂ, ਔਰ ਸੰਗਤ ਜਿਹੜੀ ਆਪਣੀ ਵੋਟ ਜਿਹੜੀ ਆ ਉਹਦਾ ਸਹੀ ਇਸਤੇਮਾਲ ਕਰਕੇ ਉਹਨਾਂ ਨੂੰ ਸਜ਼ਾ ਵੀ ਦੇਗੀ। ਔਰ ਆਮ ਆਦਮੀ ਪਾਰਟੀ ਜਿਹੜੀ ਝੂਠ ਬੋਲ ਕੇ ਅੱਗੇ ਲੋਕ ਉਹਦੇ 'ਤੇ ਵਿਸ਼ਵਾਸ ਨਹੀਂ ਕਰ ਰਹੇ, ਔਰ ਜਿੱਥੇ ਵੀ ਗਿਆ ਤਾਂ ਉਹਨਾਂ ਨੇ ਕੋਈ ਬਹੁਤ ਵੱਡੀ ਕਾਬਲੀਅਤ ਦਾ ਸਬੂਤ ਨਹੀਂ ਦਿੱਤਾ, ਪਾਗਲਪਨ ਦੇ ਸਬੂਤ ਦਿੱਤੇ ਨੇ। ਔਰ ਅਕਾਲੀ ਦਲ ਨੂੰ ਲੋਕ ਅੱਜ ਦੀ ਡੇਟ 'ਚ ਪੰਥਕ ਪਾਰਟੀ ਨਹੀਂ ਮੰਨਦੇ। ਪਹਿਲਾਂ ਉਹ ਪੰਥਕ ਪਾਰਟੀ ਸੀ, ਅੱਜ ਉਹਨੂੰ ਸਾਰੇ ਪੰਥ ਵਿਰੋਧੀ ਮੰਨਦੇ ਨੇ। ਅਤੇ ਪੰਜਾਬ 'ਚ ਉਹਨਾਂ ਦੇ ਲਈ, ਲੋਕਾਂ ਦੇ ਲਈ ਕੀ ਕੀਤਾ ਇਹ ਦੱਸਣ ਦੀ ਜਿਹੜੀ ਲੋੜ
ਕਿਉਂਕਿ ਜੋ ਵੀ ਡਿਵੈਲਪਮੈਂਟ ਹੋਈ ਸਾਰੀ ਦੀ ਸਾਰੀ ਕੇਂਦਰ ਦੇ ਪੈਸੇ ਨਾਲ ਹੋਈ ਆ। ਅੱਜ ਵੀ ਕਾਂਗਰਸ ਦੇ ਰਾਜ 'ਚ ਵੀ, ਅਕਾਲੀ ਭਾਜਪਾ ਦੇ ਰਾਜ 'ਚ ਵੀ ਪੈਸਾ ਅਸੀਂ ਕੇਂਦਰ 'ਚੋਂ ਲੈ ਕੇ ਆਉਂਦੇ ਰਹੇ। ਸੋ ਇਹਦੇ ਲਈ ਲੋਕਾਂ ਨੂੰ ਇੰਨੀ ਕੁ ਸਮਝ ਆ ਗਈ ਪੈਸਾ ਕੌਣ ਦੇ ਰਿਹਾ ਸੀ। ਅੱਛਾ, ਚਲੋ ਲਾਸਟ ਸਵਾਲਾਂ ਵੱਲ ਵੱਧਦੇ ਹਾਂ। ਤੁਹਾਡਾ ਅਗਲਾ ਜਾਣੀ ਕਿ ਮੀਟਿੰਗ ਵਾਲਾ ਉਹ ਆ ਗਿਆ ਪੜਾ। ਇਹ ਦੱਸੋ, ਇੱਕ ਗੱਲ ਆ ਰਹੀ ਹੈ ਸਾਹਮਣੇ ਕਿ ਜਿਵੇਂ ਮੋਦੀ ਸਾਹਿਬ ਦਾ ਬਾਦਲ ਸਾਹਿਬ ਨੂੰ ਫੋਨ ਕਰਨਾ ਜਦੋਂ ਥੋੜ੍ਹੇ ਜਿਹੇ ਢਿੱਲੇ ਹੁੰਦੇ ਨੇ, ਤੇ ਚੋਣ ਪ੍ਰਚਾਰ ਦੇ ਵਿੱਚ ਅਕਾਲੀ ਦਲ ਦਾ ਭਾਜਪਾ ਦੇ ਖਿਲਾਫ ਨਾ ਬੋਲਣਾ, ਭਾਜਪਾ ਦਾ ਅਕਾਲੀ ਦਲ ਦੇ ਖਿਲਾਫ ਨਾ ਬੋਲਣਾ, ਕਿ ਚੋਣ ਨਤੀਜਿਆਂ ਤੋਂ ਬਾਅਦ ਕਿਤੇ ਨਾ ਕਿਤੇ ਇਕੱਠੇ ਹੋਣ ਦੇ ਸੰਕੇਤ ਮਿਲ ਰਹੇ ਨੇ। ਕੀ ਐਸੀ ਕੋਈ ਗੱਲ ਹੋਏਗੀ? ਅਸੀਂ ਸਰਕਾਰ ਬਣਾ ਰਹੇ ਹਾਂ। ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਮਿਹਨਤ ਨਾਲ ਸਰਕਾਰ ਬਣਾ ਰਹੀ ਹੈ। ਤੇ ਆਪਾਂ ਲਾਸਟ ਗੱਲ ਕਰੀ, ਤੁਸੀਂ ਐਸੀ ਭਾਈਚਾਰੇ ਚੋਂ ਆਉਂਦੇ ਹੋ, ਐਸੀ ਭਾਰਤੀ ਦੀ ਨੁਮਾਇੰਦਗੀ ਕਰਦੇ ਆ, ਸਰਕਾਰ ਤੁਸੀਂ ਬਣਾ ਰਹੇ ਹੋ, ਤੁਹਾਡਾ ਇਹ ਦਾਅਵਾ ਹੈ। ਇਹ ਸਰਕਾਰ ਵਿੱਚ ਆਉਣ ਦੇ ਬਾਅਦ ਜਿੱਥੇ ਗੱਲ ਕਾਂਗਰਸ ਨੇ ਤਾਂ ਮੁੱਖ ਮੰਤਰੀ ਬਣਾ ਕੇ ਆਪਦੀ ਗੱਲ ਪੂਰੀ ਕਰਤੀ, ਮੁੱਖ ਮੰਤਰੀ ਦਾ ਚਿਹਰਾ ਵੀ ਬਣਾ ਦਿੱਤਾ, ਤੇ ਭਾਜਪਾ ਤੋਂ ਕੀ ਉਮੀਦ ਕਰੇਗਾ ਐਸੀ ਭਾਈਚਾਰਾ? ਦੇਖੋ, ਇਹ ਭਾਜਪਾ ਦਾ ਹਾਈ ਕਮਾਂਡ ਕਦੀ ਵੀ ਇਦਾਂ ਦੀਆਂ ਜਾਤੀਗਤ, ਮੈਂ ਪਹਿਲਾਂ ਵੀ ਕਿਹਾ, ਜਾਤੀਗਤ ਗੱਲਾਂ ਨਹੀਂ ਕਰਦਾ। ਉਹ ਵਿਕਾਸ ਦੀ ਗੱਲ ਕਰਦਾ ਹੈ। ਜਿੱਥੇ ਤੱਕ ਤਾਂ ਤੁਸੀਂ ਕਾਂਗਰਸ ਦੇ ਘੋਸ਼ਣਾ ਦੀ ਗੱਲ ਕਰਦੇ ਹੋ ਤਾਂ ਉੱਥੇ ਵਿਰੋਧ ਵਾਲਾ ਵੀ ਆ ਗਿਆ। ਅੱਜ ਨਵਜੋਤ ਸਿੰਘ ਸਿੱਧੂ ਨੇ ਤਾਂ ਸਿੱਧਾ ਬਿਆਨ ਦਿੱਤਾ ਕਿ ਸੀਐਮ ਬਣਾਉਣ ਦੀ ਗੱਲ ਕਰਦੇ ਆ, ਇਹ ਤਾਂ ਹੀ ਬਣੂ ਜੇ 60 ਸੀਟਾਂ ਆਉਣਗੀਆਂ। ਭਾਵ ਉਹਨੇ ਹਾਰ ਜਿਹੜੀ ਆ ਦੱਸ ਦਿੱਤੀ ਹੈ। ਔਰ ਅੱਜ ਨਵਜੋਤ ਸਿੰਘ ਸਿੱਧੂ ਦੇ ਬੇਟੀ ਨੇ ਵੀ ਬਿਆਨ ਦਿੱਤਾ ਹੈ ਕਿ ਜਾਣੀ ਉਹਨਾਂ ਦਾ ਰਾਹ ਨਹੀਂ ਰੋਕਿਆ ਜਾ ਸਕਦਾ। ਭਾਵ ਉਹ ਹੱਲੇ ਵੀ ਕਿਤੇ ਨਾ ਕਿਤੇ ਰਾਸਤੇ ਦਾ ਰੋੜਾ ਚੰਨੀ ਦਾ ਬਣਨਗੇ। ਇਹ ਕਾਂਗਰਸ ਦਾ ਸਿੱਧਾ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਰਹੇ, ਸਿੱਧੂ ਸਾਹਿਬ ਬਰਦਾਸ਼ਤ ਨਹੀਂ ਕਰ ਰਹੇ। ਤਾਂ ਇਹਦਾ ਤਾਂ ਮਤਲਬ ਇਹ ਆ ਕਿ ਉਹਨਾਂ ਦੇ ਵਿੱਚ ਆਪਸੀ ਬਹੁਤ ਫੁੱਟ ਹੈਗੀ ਆ, ਔਰ ਉਹ ਇਹਦਾ ਤੇ ਇੱਕ ਕਠਪੁਤਲੀ ਦੇ ਰੂਪ ਦੇ ਵਿੱਚ ਤੇ ਉਹਨੂੰ ਬਣਾ ਸਕਦੇ ਆ। ਪਰ ਪਹਿਲਾਂ ਵੀ ਬਣਿਆ ਤਾਂ ਡੀਜੀਪੀ ਕੌਣ ਲੱਗੇਗਾ, ਕੋਈ ਹੋਰ ਤੈਅ ਕਰਦਾ। ਅਟਾਰਨੀ ਜਨਰਲ ਕੌਣ ਲੱਗੇਗਾ, ਕੋਈ ਹੋਰ ਤੈਅ। ਜਿਹੜਾ ਕਰਦੇ ਸੀ ਸਵੇਰੇ ਕਰਦੇ, ਸ਼ਾਮ ਨੂੰ ਬਦਲ ਜਾਂਦਾ। ਤਾਂ ਉਹ ਫੈਸਲੇ ਨਹੀਂ ਲੈ ਸਕਦਾ। ਇਸ ਕਰਕੇ ਫੈਸਲੇ ਭਾਜਪਾ ਇੱਥੇ ਪੰਜਾਬ ਨੂੰ ਮਜ਼ਬੂਤ ਤੇ ਡਿਸੀਜਨ ਲੈਣ ਵਾਲਾ ਮੁੱਖ ਮੰਤਰੀ ਚਾਹੀਦਾ, ਕਠਪੁਤਲੀ ਨਹੀਂ। ਇਹ ਸਨ ਸ਼੍ਰੀ ਵਿਜੇ ਸਾਂਪਲਾ ਜੀ, ਜਿਨ੍ਹਾਂ ਨੇ ਬੜੇ ਦਾਅਵੇ ਨਾਲ ਕਿਹਾ ਕਿ ਉਸ ਭਾਜਪਾ ਆਪਦੇ ਬਲਬੂਤੇ ਤੇ ਸਰਕਾਰ ਬਣਾ ਰਹੀ ਹੈ, ਤੇ ਜਿਹੜੀਆਂ ਚਰਚਾਵਾਂ ਨੇ ਜਾਂ ਜਿਹੜੀ ਚੋਣ ਪ੍ਰਚਾਰ ਮੁਹਿੰਮ ਨੂੰ ਦੇਖ ਕੇ ਗੱਲ ਨਿਕਲ ਕੇ ਬਾਹਰ ਆਉਂਦੀ ਹੈ ਕਿ ਭਾਜਪਾ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੀ, ਅਕਾਲੀ ਦਲ ਭਾਜਪਾ ਦੇ ਖਿਲਾਫ ਨਹੀਂ ਬੋਲਦੇ, ਉਹ ਵੱਖਰੀ ਗੱਲ ਹੈ। ਇਹ ਰਣਨੀਤਿਕ ਹੋ ਸਕਦੀ ਹੈ, ਪਰ ਭਾਜਪਾ ਆਪਦੇ ਬਲਬੂਤੇ ਤੇ ਸਰਕਾਰ ਬਣਾਏਗੀ। ਦੋਨੇ ਐਸੀ ਭਾਈਚਾਰੇ ਵੱਲੋਂ ਉਹਨਾਂ ਨੇ ਗੱਲ ਕੀਤੀ ਹੈ ਕਿ ਐਸੀ ਭਾਈਚਾਰੇ ਉਹ ਜਾਤੀ ਪੱਧਰ ਤੇ ਕੋਈ ਐਸੀ ਰਣਨੀਤੀ ਸਿਆਸਤ ਨਹੀਂ ਕਰਦੇ, ਤੇ ਜੋ ਅਧਿਕਾਰ ਨੇ ਉਹ ਮਿਲਦੇ ਰਹਿਣਗੇ, ਕਿਉਂਕਿ ਆਪ ਉਹ ਐਸੀ ਭਾਈਚਾਰੇ ਤੋਂ ਆਉਂਦੇ ਆ। ਐਸੀ ਕਮਿਸ਼ਨ ਤੋਂ, ਕੌਮੀ ਕਮਿਸ਼ਨ ਤੋਂ ਹੁਣ ਅਸਤੀਫਾ ਦੇ ਕੇ ਚੋਣ ਲੜ ਰਹੇ ਨੇ, ਭਾਜਪਾ ਦੇ ਪ੍ਰਧਾਨ ਵੀ ਰਹੇ ਨੇ। ਫਿਰ ਉਹਨੇ ਇੱਕ ਵੱਡੀ ਗੱਲ ਕੀਤੀ ਹੈ ਕਿ ਜਿਹੜੀ ਵੀ ਜੋ ਸਿੱਖ ਚਿਹਰੇ ਭਾਜਪਾ 'ਚ ਸ਼ਾਮਲ ਹੋ ਰਹੇ ਨੇ, ਕਿਉਂ ਹੋ ਰਹੇ ਨੇ? ਇਸ ਕਰਕੇ ਹੋ ਰਹੇ ਨੇ ਕਿ ਉਹਨਾਂ ਨੂੰ ਉਮੀਦ ਜਗਦੀ ਹੈ ਕਿ ਸਿੱਖਾਂ ਦੇ ਕੌਮੀ ਪੱਧਰ ਦੇ ਮਸਲੇ ਤੇ ਕੌਮਾਂਤਰੀ ਪੱਧਰ ਦੇ ਮਸਲੇ ਭਾਜਪਾ ਵੀ ਹੱਲ ਕਰ ਸਕਦੀ ਹੈ। ਤੇ ਹੋਰ ਪ੍ਰਧਾਨ ਮੰਤਰੀ ਦੇ ਦੌਰੇ 'ਤੇ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਪਹਿਲਾਂ ਇੱਥੇ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਆਪਦੀ ਨਾਕਾਬਿਲਤਾ ਦਿਖਾਈ ਹੈ ਕਿ ਪ੍ਰਧਾਨ ਮੰਤਰੀ ਨੂੰ ਅਸੁਰੱਖਿਅਤ ਮਹਿਸੂਸ ਕਰਨਾ ਪਿਆ, ਤੇ ਹੁਣ ਚੋਣ ਕਮਿਸ਼ਨ ਦੇ ਅੰਡਰ ਹੈ ਸਾਰੀਆਂ ਤਾਕਤਾਂ। ਇਸ ਕਰਕੇ ਮੋਦੀ ਸਾਹਿਬ ਆਉਣਗੇ ਤੇ ਹੋਰ ਵੱਡੇ ਆਗੂ ਆਉਣਗੇ, ਪਹਿਲਾਂ ਵਰਗੀ ਸਥਿਤੀ ਨਹੀਂ ਬਣੇਗੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਨੂੰ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੇਖਦੇ ਨੇ, ਉਹਨੂੰ ਕਿਹੜੀ ਸਥਿਤੀ ਦਿੰਦੇ ਨੇ, ਇਹ ਲੋਕਾਂ ਨੇ ਤੈਅ ਕਰਨਾ। ਪਰ ਭਾਜਪਾ ਦੇ ਵਿੱਚ ਕੌਨਫੀਡੈਂਸ ਅੱਗੇ ਨੂੰ ਜ਼ਿਆਦਾ ਨਜ਼ਰ ਆ ਰਿਹਾ, ਕਿਉਂਕਿ ਦੂਸਰੀਆਂ ਧਿਰਾਂ 'ਚੋਂ, ਸਾਰੀਆਂ ਧਿਰਾਂ 'ਚੋਂ ਜਿੰਨੇ ਵੀ ਨਾਰਾਜ਼ ਆਗੂ ਨੇ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਆਮ ਆਦਮੀ ਪਾਰਟੀ ਦੇ ਨੇ, ਤੇ ਚਾਹੇ ਹੋਰ ਵੱਡੇ ਆਗੂ ਨੇ, ਉਹ ਲਗਾਤਾਰ ਸ਼ਾਮਲ ਹੋ ਰਹੇ ਨੇ। ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਰਵਨੀਤ ਬਿੱਟੂ ਨੇ ਕਿਤੇ ਦੋਸ਼ ਲਾਏ ਨੇ ਕਿ ਇਹ ਤਾਂ ਸਾਡੇ ਹੀ ਬੰਦੇ ਨੇ, ਬਾਅਦ 'ਚ ਵਾਪਸ ਬੁਲਾ ਲਾਂਗੇ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਉਹਨਾਂ ਨੂੰ, ਦੂਸਰੇ ਆਗੂਆਂ ਨੂੰ ਲੱਗਦਾ ਕਿ ਸਾਡਾ ਭਵਿੱਖ ਭਾਜਪਾ ਦੇ ਵਿੱਚ ਹੈ। ਭਾਜਪਾ ਦੇ ਵਿੱਚ ਭਵਿੱਖ ਆਗੂਆਂ ਦਾ ਕਿਸ ਤਰ੍ਹਾਂ ਰਹੇਗਾ, ਲੋਕ ਭਾਜਪਾ ਨੂੰ ਕਿਸ ਤਰ੍ਹਾਂ ਦੇਖਣਗੇ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ। ਅਸੀਂ ਜਿਹੀਆਂ ਚਰਚਾਵਾਂ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਰਹਿੰਦੇ ਹਾਂ। ਜੇ ਸਾਡੀ ਚਰਚਾ ਦਰਸ਼ਕਾਂ ਨੂੰ ਠੀਕ ਲੱਗਦੀ ਹੈ, ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨ। ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਲਿਬਰੇਟ।